ਪਰ ਵਿੱਚ ਵਿਚਾਲੇ ਜੇ ਇਹੋ ਜਿਹਾ ਦੌਰ ਆਇਆ ਜਦੋਂ ਤੁਸੀਂ 2005 ਤੋਂ ਲੈ ਕੇ 7-8 ਤੱਕ ਗਾਇਬ ਹੋ ਗਏ ਜੀ, ਰੱਜ ਕੇ दारू ਪੀਣ ਲੱਗ ਗਏ ਤੁਸੀਂ, ਗੁਸਤਾਖੀ ਲਈ ਮਾਫੀ। ਇਹ ਕਹਿ ਸਕਦਾ ਮੈਂ ਦਿਨ ਰਾਤ ਪੀਤੀ। ਰਾਤਾਂ ਨੂੰ 2-2 2:30 ਵਜੇ ਉੱਠ ਕੇ ਜਦੋਂ ਵੀ ਮੇਰੀ ਅੱਖ ਖੁੱਲ ਜਾਣੀ ਮੈਂ ਉਹਦੀ ਪੀ ਲੈਣੀ। ਫਿਰ ਜਦੋਂ ਨਹੀਂ ਪੀਂਦਾ ਸੀ ਮੇਰੇ ਤੋਂ ਉਸ ਹਿਸਾਬ ਨਾਲ ਗਾਇਆ ਨਹੀਂ ਸੀ ਜਾਂਦਾ। ਪਰ ਤੁਸੀਂ ਇੱਕ ਦਿਨ ਦੇ ਫੈਸਲੇ 'ਚ ਆਪਣੀ ਇਸ ਜਿਹੜੀ ਕਹਿ ਲਓ ਗਲਤੀ ਹੈ ਜਾਂ ਜਿਹੜੀ ਗੰਦੀ ਆਦਤ ਸੀ ਇਹਨੂੰ ਪਾਸੇ ਕਰ ਦਿੱਤਾ। ਐਸਾ ਕੀ ਮਨ ਦੇ ਵਿੱਚ ਆਇਆ? ਬਹੁਤ ਗਾਲਾਂ ਕੱਢੀਆਂ ਆਪਣੇ ਆਪ ਨੂੰ ਗਾਲਾਂ ਕੱਢੀਆਂ। ਸਾਲਿਆ ਤੈਨੂੰ ਕੋਈ ਪੁੱਛਦਾ ਨਹੀਂ, ਕਾਹਦਾ ਕਲਾਕਾਰ ਹੈ? ਤੈਨੂੰ ਤੇਰੇ ਨਾਮ ਦਾ ਨਹੀਂ ਪਤਾ ਵੀ ਤੇਰਾ ਨਾਮ ਲਾਭ ਹੀਰਾ। ਤੇਰੀ ਜ਼ਿੱਦ ਨਾਲ ਦੇਖੀ ਅਸੀਂ ਕੀ, ਤੇਰੀ ਜ਼ਿੱਦ ਨਾਲ ਦੇਖੀ ਅਸੀਂ ਕੀ, ਕੰਡੇ ਕੱਢਾਂਗੇ ਨੀ ਕੰਡੇ ਕੱਢਾਂਗੇ, ਤੂੰ ਜੋ ਵੀ ਕਰਨਾ ਕਰ ਲੈ ਨੀ ਵੰਜ ਬਰਾਬਰ ਗੱਡਾਂਗੇ। ਤੇ ਇਹ ਜ਼ਿੰਦਗੀ ਲੀਹ ਦੇ ਉੱਪਰ ਲੈ ਕੇ ਆਉਣੀ ਕਿੰਨੀ ਔਖੀ ਸੀ, ਕਿਉਂਕਿ ਇੱਕ ਵਾਰ ਸ਼ੁਰੂਆਤ ਕਰਨੀ ਤੇ ਉਸ ਤੋਂ ਬਾਅਦ ਸ਼ਾਂਤ ਹੋਣ ਤੋਂ ਬਾਅਦ ਦੁਬਾਰਾ ਸ਼ੁਰੂਆਤ ਕਰਨੀ, ਦੋਵਾਂ 'ਚ ਫਰਕ ਹੁੰਦਾ। ਕਲਾਕਾਰ ਜਦੋਂ ਇੱਕ ਵਾਰੀ ਡਿੱਗ ਪੈਂਦਾ ਨਾ ਉਹਨੂੰ ਉੱਠਣ ਦਾ ਮੁੜ ਕੇ ਚਾਂਸ। ਭਾਵੇਂ ਉਹ ਗੱਲ ਹੋਵੇ ਕਿਸਾਨ ਦੀ, ਜੱਟ ਦੀ ਗੱਲ ਹੋਵੇ ਜਾਂ ਕਿਸੇ ਵੀ ਹੋਰ ਪੇਂਡੂ ਵਾਰਤਾਲਾਪ ਦੇ ਵਿੱਚ ਜੋ ਕੁਝ ਵੀ ਅਸੀਂ ਵਰਤਦੇ ਹਾਂ, ਇਹ ਲੋਕ ਤੱਥ ਹੀ ਤੁਹਾਡੇ ਚੇਤੇ ਦੇ ਵਿੱਚ ਸਭ ਤੋਂ ਵੱਧ ਕਿਉਂ ਗੂੰਜਦੇ ਆ? ਜਿਵੇਂ ਬਾਬਾ ਬਾਦਸ਼ਾਹ ਦੀਆਂ ਗੱਲਾਂ ਅੱਜ ਤੱਕ ਲੋਕ ਟੋਟਕਿਆਂ ਦੇ ਵਿੱਚ ਬੋਲਦੇ ਆ। ਬਿਲਕੁਲ ਸਹੀ। ਕਿਉਂ ਬੋਲਦੇ ਆ? ਉਹ ਲੋਕ ਤੱਥ ਹੀ ਨੇ। ਖਾਣਾ ਕਰੂਗੀ ਖਰਾਬ ਖਾਨਦਾਨ ਦਾ, ਇਹ ਗੱਲ ਨਹੀਂ ਭੁਲੇਖਿਆਂ ਦੀ, ਵਸੂ ਸਹੁਰਿਆਂ ਦੇ ਘਰ ਕਿੱਥੋਂ ਤੇਰੀ ਜੋ ਚੱਸ ਕਰੇ ਪੇਕਿਆਂ ਦੀ। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਹੀ ਵਧੀਆ। ਅੱਜ ਤੁਹਾਡਾ ਚਿਹਰਾ ਬਹੁਤ ਕੁਝ ਬਿਆਨ ਕਰ ਰਿਹਾ। ਮੇਰਾ ਚਿਹਰਾ ਬਿਆਨ ਕਰੂਗਾ ਹੀ। ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਫਨਕਾਰ, ਉਹ ਕਲਾਕਾਰ, ਉਹ ਸਤਿਕਾਰਯੋਗ ਸ਼ਖਸੀਅਤ ਆ ਜਿਨ੍ਹਾਂ ਨੂੰ ਮੈਂ ਨਿੱਕੇ ਹੁੰਦੇ ਸੁਣਦਾ ਰਿਹਾ ਜੀ। ਦੇਖੋ, ਨਿੱਕੀ ਉਮਰ ਦੇ ਵਿੱਚ ਤੁਹਾਡੇ ਚੇਤੇ ਦੇ ਉੱਤੇ ਜਿਹੜੀ ਵੀ ਸ਼ਖਸੀਅਤ ਜਾਂ ਜਿਹੜੇ ਵੀ ਬੋਲ ਜਮਾ ਹੋ ਗਏ ਨਾ, ਉਹ ਤੁਸੀਂ ਮਰਨ ਤੱਕ ਭੁੱਲਦੇ ਨਹੀਂਗੇ। ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਣ, ਚੰਗੇ ਹੋਣ ਜਾਂ ਮੰਦੇ ਹੋਣ ਜੀ। ਪਰ ਨਾ ਜਦੋਂ ਮੈਂ ਸੁਣਦਾ ਹੁੰਦਾ ਸੀਗਾ ਤੇ ਬਾਬਾ ਸੈਦੂ ਸ਼ਾਹ ਦੀ ਦਰਗਾਹ ਦੇ ਉੱਤੇ ਕੰਮੇਆਣੇ 'ਚ ਮੇਲਾ ਲੱਗਣਾ ਫਰੀਦਕੋਟ ਦੇ ਵੱਲ, ਤੇ ਉੱਥੇ ਮੈਂ ਸਾਥੀਆਂ ਦੇ ਨਾਲ ਸਾਈਕਲ ਦੇ ਉੱਤੇ ਬਹਿ ਕੇ ਜਾਣਾ ਤੇ ਲਾਭ ਹੀਰੇ ਦਾ ਖੜਾ ਲੱਗਿਆ ਹੋਣਾ, ਤੇ ਮੈਂ ਨਾ ਬੰਦੇ ਕਿਤੇ ਓਏ ਹੋਏ 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 ਐਂ ਲੱਗਦਾ ਸੀ ਵੀ ਦਰਖਤ ਨੂੰ ਪੱਤੇ ਘਾਟਾ ਬੰਦੇ ਵੱਧ ਲੱਗੇ ਆ। ਵਾਹ, ਵੀ ਇੰਨੇ ਬੰਦੇ ਹੁੰਦੇ ਸੀ। ਤੇ ਅੱਜ ਤੱਕ ਲਾਭ ਹੀਰੇ ਦੀ ਤੂਤੀ ਬੋਲਦੀ ਹੈ। ਸਮਾਂ ਬਦਲ ਗਿਆ। 25 ਸਾਲ ਤੋਂ ਵੱਧ ਦਾ ਸਮਾਂ ਉਹਨਾਂ ਨੂੰ ਗਾਇਕੀ ਦੇ ਖੇਤਰ ਦੇ ਵਿੱਚ ਸਰਗਰਮੀ ਨਾਲ ਵਿਚਰਦਿਆਂ ਹੋ ਗਿਆ। ਪਰ ਮਜ਼ਾਲ ਆ ਕਿਤੇ ਵੀ ਐਂ ਲੱਗਾ ਹੋਵੇ ਵੀ ਉਹ ਤਾਂ ਸਾਬਕਾ ਹੋ ਗਏ। ਮਜ਼ਾਲ ਆ ਕਿਤੇ ਇਉਂ ਲੱਗਾ ਹੋਵੇ ਵੀ ਹੁਣ ਨਹੀਂ ਉਹਨਾਂ ਨੂੰ ਕੋਈ ਪੁੱਛਦਾ। ਨਹੀਂ ਤਾਂ 4 ਸਾਲਾਂ ਲਈ ਬਹੁਤ ਸਾਰੇ ਕਲਾਕਾਰ ਆਉਂਦੇ ਆ ਤੇ ਬਾਅਦ ਵਿੱਚ ਛੂ ਕਰਕੇ ਪਤਾ ਨਹੀਂ ਕਿੱਧਰ ਨੂੰ ਜਾਂਦੇ ਆ। ਬਿਲਕੁਲ ਸਹੀ। ਉਹ ਗਏ ਨਹੀਂ ਜੀ, ਉਹ ਬਿਲਕੁਲ ਨਹੀਂ ਗਏ ਤੇ ਅਸੀਂ ਚਾਹੁੰਦੇ ਵੀ ਨਹੀਂ ਕਿ ਉਹ ਜਾਣ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਜ਼ਿਕਰ ਕਰ ਹੀ ਦਿੱਤਾ ਹੈ ਕਿ ਲਾਭ ਹੀਰਾ ਜੀ ਮੌਜੂਦ ਨੇ। ਮੈਂ ਤਾਂ ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਨਾਂ ਲੈਣਾ, ਬੈਨੀਫਿਟ ਡਾਇਮੰਡ। ਓ ਮਾਈ ਗॉड। ਬਾਈ ਜੀ ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਹੋ? ਬਹੁਤ ਮਿਹਰਬਾਨੀ ਹੈ ਮਾਲਕ ਦੀ, ਸੱਚੇ ਪਾਤਸ਼ਾਹ ਦੀ। ਪ੍ਰਾਈਮ ਏਸ਼ੀਆ ਇਹ ਚੱਜ ਦਾ ਵਿਚਾਰ ਦਰਬਾਰ ਨੂੰ ਸਾਰੇ ਦੇਖ ਰਹੇ ਮੇਰੇ ਪੰਜਾਬੀ ਭੈਣ ਭਰਾ, ਦੇਸ਼ਾਂ ਵਿਦੇਸ਼ਾਂ 'ਚ ਵਸਦੇ ਮੇਰੇ ਵੀਰ ਭੈਣੋ ਭਰਾਵੋ, ਪਿਆਰ ਭਰੀ ਸਭ ਨੂੰ ਸਤਿ ਸ੍ਰੀ ਅਕਾਲ। ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਤੇ ਟੈਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਰਨ ਟੈਣਾ ਜੀ, ਸਾਡੇ ਭੈਣ ਜੀ ਹਰਮਨ ਥਿੰਦ ਜੀ, ਬਹੁਤ ਬਹੁਤ ਸ਼ੁਕਰੀਆ। ਬਾਈ ਜੀ ਚੜ੍ਹਦੀ ਕਲਾ ਚੋਂ ਜ਼ਿੰਦਗੀ ਜ਼ਿੰਦਾਬਾਦ ਆ। ਬਿਲਕੁਲ। ਪਹਿਲਾਂ ਲਾਭ ਸਿੰਘ ਸੀ, ਫਿਰ ਲਾਭ ਹੀਰਾ ਬਣੇ ਤੇ ਅੱਜ ਬੈਨੀਫਿਟ ਡਾਇਮੰਡ ਬਣ ਗਏ ਹੋ। ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬੈਨੀਫਿਟ ਤੁਸੀਂ ਲਾਤਾ, ਵੈਸੇ ਪ੍ਰੋਫਿਟ ਡਾਇਮੰਡ ਕਹਿਣਾ ਹੁੰਦਾ ਮੈਂ। ਮੈਂ ਹੀਰੇ ਦਾ ਵੀ ਕਰ ਲਿਆ। ਮੈਨੂੰ ਜਿੰਨੀ ਕੁ ਅੰਗਰੇਜ਼ੀ ਆਉਂਦੀ ਮੈਂ ਘੁਸਪੈਠ ਕਰਾ ਦਿੰਦਾ। ਬਹੁਤ ਧੰਨਵਾਦ ਤੁਹਾਡਾ, ਬੜੀ ਮਿਹਰਬਾਨੀ ਹੈ ਸੱਚੇ ਪਾਤਸ਼ਾਹ ਦੀ, ਬਹੁਤ ਸ਼ੁਕਰ ਹੈ ਉਹਦਾ। ਵਾਹ। ਤੇ ਧੰਨਵਾਦੀ ਹੈ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ, ਆਦਰ ਕਰੂੰਗਾ ਮੇਰੇ ਗੁਰੂ ਜੀ ਜਨਾਬ ਦਿਲਵਰ ਦਰਵੇਸ਼ ਜੀ ਮਹਾਰਾਜ ਜੀ। ਨਾਲ ਮੈਂ ਮੇਰੇ ਮਾਤਾ ਪਿਤਾ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ, ਚਾਹਣ ਵਾਲੇ ਸਰੋਤਿਆਂ ਦਾ ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਤੇ ਪੁਰਜ਼ੋਰ ਸੱਚੇ ਪਾਤਸ਼ਾਹ ਦੀ ਮਿਹਰਬਾਨੀ। ਬਾਈ ਜੀ ਆਪਾਂ ਨਾ ਰਸਮੀ ਗੱਲਾਂ ਨਹੀਂ ਕਰਦੀਆਂ ਜੀ। ਸ਼ੁਰੂਆਤ ਇਹੀ ਆ ਵੀ ਭਾਈ ਆਪਣੇ ਕੱਦ ਦੇ ਨਾਲੋਂ ਉੱਚੀ ਹੇਕ ਕਿਵੇਂ ਲਾ ਲੈਂਦੇ ਆ? ਇਹ ਟੈਣਾ ਸਾਹਿਬ ਗੋਡ ਗਿਫਟ ਹੀ ਲਾ ਲਓ। ਵੈਸੇ ਮੈਂ ਹੇਕਾਂ ਤਾਂ ਉਨੀਆਂ ਨਹੀਂ ਲਾਈਆਂ, ਉੱਚਾ ਗਾ ਜ਼ਰੂਰ ਲੈਣਾ। ਤੇ ਬਾਕੀ ਜੋ ਮਾਲਕ ਨੇ ਬਖਸ਼ਿਆ ਹੋਇਆ ਉਹੀ ਕਰ ਰਿਹਾ। ਵਾਹ।
ਸੱਚੇ ਪਾਤਸ਼ਾਹ ਦੀ ਮਿਹਰਬਾਨੀ ਹੈ ਜੋ ਗੁਰੂਆਂ ਤੋਂ ਆਪਦੇ ਪੀਰ ਉਸਤਾਦਾਂ ਤੋਂ ਪੀਰੋ ਮੁਰਸ਼ਿਦ ਤੋਂ ਤਾਲੀਮ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਤੇ ਉਹਨਾਂ ਦਾ ਆਸ਼ੀਰਵਾਦ ਹੈ। ਹੌਸਲੇ ਨਾਲ ਗਾਈਦਾ, ਰੱਜ ਕੇ ਗਾਈਦਾ, ਵਾਹ, ਡਟ ਕੇ ਗਾਈਦਾ, ਬਿਲਕੁਲ ਨਿੱਠ ਕੇ ਗਾਈਦਾ, ਐਂ ਗਾਈਦਾ। ਹਾਂ ਬਾਈ ਜੀ, ਪਹਿਲੀ ਜਿਹੜੀ ਕੈਸਟ ਆ ਤੁਹਾਡੀ ਲਗਭਗ 25 ਸਾਲ ਪਹਿਲਾਂ ਆਈ। ਜੀ, ਮੈਨੂੰ ਖੜੀ ਸਟੇਸ਼ਨ ਤੇ ਛੱਡ ਕੇ ਆਪ ਤੋਂ ਗੱਡੀ ਚੜ ਗਿਆ ਵੇ। ਖੜੀ ਸਟੇਸ਼ਨ ਤੇ ਰਹਿ ਗਈ, ਆਪ ਤੋਂ ਗੱਡੀ ਚੜ ਗਿਆ। ਹਾਂ, ਆਪ ਤੋਂ ਚੜ ਗਿਆ ਵੇ, ਮੈਂ ਉੱਥੇ ਰਹਿ ਗਈ ਵੇ। ਤੇ ਅੱਜ ਤੱਕ ਲਗਾਤਾਰ ਗਾ ਰਹੇ ਹੋ ਜੀ। ਕਦੇ ਸੋਚਿਆ ਸੀਗਾ ਵੀ ਲਾਭ ਹੀਰਿਆ 25 ਸਾਲ ਦਾ ਸਫ਼ਰ ਇਉਂ ਨਿਕਲ ਜੂਗਾ? ਐ ਨਹੀਂ ਲੱਗਦਾ ਵੀ ਅੱਖ ਦੇ ਝਪੱਕੇ ਦੇ ਵਿੱਚ ਨਿਕਲ ਗਿਆ ਸਾਰਾ ਕੁਝ? ਵਾਕਈ ਨਹੀਂ ਪਤਾ ਲੱਗਿਆ, ਕਿਉਂਕਿ ਕੰਮ ਮਾਲਕ ਦੀ ਮਿਹਰ ਨਾਲ ਲਗਾਤਾਰ ਹੀ ਰਿਹਾ। ਉਹਨੇ ਕਦੇ ਠੰਡਾ ਪੈਣ ਹੀ ਨਹੀਂ ਦਿੱਤਾ। ਜੇ ਪਿਆ ਹੋਊ ਤਾਂ ਸਾਡੀ ਆਪਣੀ ਕਰਤੂਤ ਮੁਤਾਬਕ, ਮੈਂ ਸੱਚ ਕਹਿਣਾ, ਪਿਆ ਹੋਊਗਾ ਤਾਂ ਨਹੀਂ, ਮਾਲਕ ਨੇ ਕੋਈ ਤੋਟ ਨਹੀਂ ਛੱਡੀ ਹੈ। ਸਰੋਤਿਆਂ ਵੱਲੋਂ ਕੋਈ ਐ ਨਹੀਂ ਵੀ ਠੰਡਾ ਪਾਣੀ ਲਿਆਤਾ ਹੋਏ ਕਦੇ, ਹਮੇਸ਼ਾ ਹੌਸਲਾ ਅਫਜ਼ਾਈ ਫੁੱਲ ਵਟਾ ਫੁੱਲ ਹੀ ਆਈ। ਤੇ ਹੀਰਾ ਕਿਵੇਂ ਲੱਗਿਆ ਤੁਹਾਡੇ ਨਾਂ ਦੇ ਨਾਲ? ਹਾਂ ਜੀ, ਹੀਰਾ ਮੈਂ ਬਹੁਤ ਸਤਿਕਾਰਯੋਗ ਉਸ ਮਹਾਨ ਸ਼ਖਸੀਅਤ ਦਾ ਨਾਮ ਉਚਾਰਦਾ ਹੁੰਦਾ ਤਕਰੀਬਨ ਜਿੱਥੇ ਜਿੱਥੇ ਮੈਨੂੰ ਪੁੱਛਿਆ ਗਿਆ ਇਹ। ਮਾਸਟਰ ਸ਼ਾਮ ਲਾਲ ਜੀ ਮਲਹੋਤਰਾ ਸਾਹਿਬ ਜਿਨ੍ਹਾਂ ਨੇ ਲਾਭ ਸਿੰਘ ਦੇ ਨਾਲ ਹੀਰਾ ਜੋੜਿਆ। ਅੱਛਾ, ਜ਼ਿਲ੍ਹਾ ਜਲੰਧਰ ਦੇ ਬੰਗਾ ਪ੍ਰਾਇਮਰੀ ਸਕੂਲ ਦੇ ਉਹ ਮਾਸਟਰ ਜੀ ਸੀਗੇ ਜਿਨ੍ਹਾਂ ਨੇ 1987 ਦੇ ਵਿੱਚ ਇਹ ਲਾਭ ਸਿੰਘ ਨਾਲ ਹੀਰਾ ਲਾਇਆ। ਅੱਛਾ, ਉਹ ਕਿਵੇਂ, ਵੀ ਉਹਨਾਂ ਦੀ ਸੋਚ ਸੀ ਵੀ ਇਹ ਮੁੰਡਾ ਹੀਰੇ ਵਾਂਗੂ ਚਮਕੂਗਾ, ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਸੀ? ਇਸ ਤਰ੍ਹਾਂ ਹੋਇਆ ਜੀ, ਮੈਂ ਪੜ੍ਹਨ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਕ ਮੈਨੂੰ ਉਨਾ ਹੀ ਬਰਾਬਰ ਸੀਗਾ। ਗਾਉਂਦਾ ਤਾਂ ਚਲੋ ਮੈਂ ਸੀਗਾ ਹੀ ਬਚਪਨ ਤੋਂ ਹੀ, ਨਾਲ ਨਾਲ ਮੈਨੂੰ ਜਦੋਂ ਮੈਂ ਸੁਰਤ ਜੀ ਸੰਭਾਲੀ, ਮੈਨੂੰ ਲਿਖਣ ਦਾ ਜਿਹੜਾ ਸ਼ੌਕ ਪਿਆ ਨਾ, ਉਹ ਨਾ ਮੇਰੇ ਸਰਕਾਰੀ ਮਿਡਲ ਸਕੂਲ ਕੁਲਾਣਾ ਸਾਡੇ ਕੋਲੇ ਹੀ ਪਿੰਡ ਪੈਂਦਾ, ਉੱਥੇ ਸਾਡੇ ਹੈਡ ਮਾਸਟਰ ਜੀ ਸੀਗੇ ਸ਼੍ਰੀ ਹਰਿੰਦਰ ਸ਼ਰਮਾ ਜੀ। ਅੱਛਾ ਜੀ। ਉਹ ਮੈਨੂੰ ਕਹਿਣ ਲੱਗੇ ਕੀ ਲਿਖਦਾ ਰਹਿਣਾ ਯਾਰ ਤੂੰ, ਮੈਨੂੰ ਦਿਖਾ ਕਦੇ। ਤੇ ਮੈਂ ਸੰਗਦਾ ਦਿਖਾਵਾਂ ਨਾ, ਕਾਪੀ ਮੇਰੀ ਦਿਖਾਈ ਜਦੋਂ, ਤੇ ਉਮਰ ਛੋਟੀ ਆ ਤੇ ਗਾਣੇ ਇਹੋ ਜਿਹੇ ਲਿਖਦਾ ਤੂੰ। ਮੈਂ ਡਰ ਗਿਆ। ਹਾਂ, ਤੇ ਪਤਾ ਨਹੀਂ ਉਹਨਾਂ ਦੇ ਚਿੱਤ 'ਚ ਕੀ ਆਈ, ਯਾਰ ਤੇਰੇ ਗਾਣੇ ਫਿਰ ਅਖਬਾਰ 'ਚ ਨਾ ਲਵਾ ਦਈਏ। ਹੁਣ ਮੈਨੂੰ ਇੰਨਾ ਪਤਾ ਨਹੀਂ ਸੀਗਾ, 7ਵੀਂ 8ਵੀਂ 'ਚ ਪੜ੍ਹਦਾ ਸੀਗਾ। ਤੇ ਮਾਂ ਜੀ ਤੁਹਾਡੀ ਮਰਜ਼ੀ ਹੈ ਮਾਸਟਰ ਜੀ, ਹੁਣ ਤਾਂ ਸਰ ਚੱਲਦਾ, ਆਪਾਂ ਤਾਂ ਮਾਸਟਰ ਜੀ ਪੜ੍ਹਾਈਆਂ ਉਹਦੇ ਵੇਲੇ, ਭੈਣ ਜੀ ਮਾਸਟਰ ਜੀ। ਤੇ ਉਹਨਾਂ ਨੇ ਜਾਣੀ ਲਿਖਤਾ ਆਰਟੀਕਲ ਅਕਾਲੀ ਪੱਤਰਕਾਰ ਅਖਬਾਰ ਦੇ ਵਿੱਚ 4 ਜੂਨ 1987 ਦੀ ਗੱਲ ਹੈ ਵੈਸੇ। ਹਾਂ, 4 ਜੂਨ 1987 ਦਿਨ ਐਤਵਾਰ ਜਿੱਦਾਂ ਇਹ ਮੇਰਾ ਆਰਟੀਕਲ ਲੱਗਿਆ। ਉਸ ਤੋਂ ਬਾਅਦ ਕਿਤੇ ਪੜ੍ਹ ਕੇ ਇੱਧਰੋਂ ਚਿੱਠੀਆਂ ਚੁੱਠੀਆਂ ਵੀ ਆਈਆਂ ਸਾਡੇ ਸਕੂਲ ਦੇ ਵਿੱਚ, ਤੇ ਇਹ ਸਤਿਕਾਰਯੋਗ ਜਿਹੜੀ ਚਿੱਠੀ ਆਦਰ ਸਹਿਤ ਮੈਂ ਮੰਨਦਾ ਮੇਰੇ ਸਕੂਲ ਦੇ ਵਿੱਚ ਪਹੁੰਚੀ, ਉਹ ਮਾਸਟਰ ਸ਼ਾਮ ਲਾਲ ਜੀ ਮਲਹੋਤਰਾ ਜਿਨ੍ਹਾਂ ਦੀ ਚਿੱਠੀ ਗਈ। ਉਹਦੇ ਵਿੱਚ ਉਹਨਾਂ ਨੇ ਕਾਫੀ ਕੁਝ ਲਿਖਿਆ ਮੇਰੇ ਬਾਰੇ, ਨੰਨੇ ਮੁੰਨੇ ਕਿਤੇ ਭਟਕ ਨਾ ਜਾਈ। ਤੇ ਇਹ ਆਮ ਹੀ ਗੱਲ ਹੈ, ਕਲਾ ਹੋਣੀ ਵਿਦਿਆਰਥੀਆਂ ਦੇ ਵਿੱਚ ਹੁੰਦੀ ਹੈ ਵੀ ਤੂੰ ਬਹੁਤ ਤੇਰਾ ਸਹਿਯੋਗ ਦੇ ਰਹੇ ਨੇ ਤੇਰੇ ਮਾਸਟਰ ਜਾਂ ਤੇਰੇ ਸਕੂਲ ਵੱਲੋਂ, ਤੂੰ ਭਟਕ ਨਾ ਜਾਈ ਤੇ ਵਧੀਆ ਇਸੇ ਤਰ੍ਹਾਂ ਮਿਹਨਤ ਕਰਦਾ ਰਹੇ। ਜਾਂ ਤੇਰਾ ਨਾਮ ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਜਿਹਾ ਲੱਗਦਾ, ਉਹਨਾਂ ਨੇ ਪਿੱਛੇ ਡੈਸ਼ ਕਰਤਾ, ਤੇਰਾ ਨਾਮ ਐ ਲਿਖ ਕੇ ਕਰਤਾ, ਨੀਚੇ ਫਿਰ ਉਹਨਾਂ ਨੇ ਕਰਤਾ ਯਾਰ ਤੇਰੇ ਨਾਮ ਨਾਲ ਮੈਂ ਕੁਝ ਜੋੜਨ ਲੱਗਿਆ। ਫਿਰ ਉਹਨਾਂ ਨੇ ਲਾਭ ਸਿੰਘ ਦੇ ਨਾਲ ਹੀਰਾ ਲਾਤਾ। ਵਾਹ, ਕੀ ਬਾਤ ਹੈ। ਤੇ ਮੈਂ ਸੁਣਿਆ ਵੀ ਇਹ ਵਾਲੀ ਚਿੱਠੀ ਤੁਹਾਡੇ ਕੋਲ ਅੱਜ ਵੀ ਮੌਜੂਦ ਹੈ, ਤੁਸੀਂ ਮੇਰੇ ਕੋਲੇ ਹੈ ਜੀ ਉਹ ਚਿੱਠੀ, ਘਰ ਸਾਂਭੀ ਹੋਈ ਹੈ। ਤੇ ਬਕਾਇਦਾ ਉਹ ਮੈਂ ਲੈਮੀਨੇਸ਼ਨ ਹੀ ਕਰਾ ਸਕਿਆ, ਮੈਂ ਜੜਾ ਕੇ ਨਹੀਂ ਹਲੇ ਰੱਖੀ, ਸਾਹਮਣੇ ਨਹੀਂ ਕਿਸੇ ਦੀ ਕੀਤੀ, ਕਿਉਂਕਿ ਡਰ ਲੱਗਦਾ ਵੀ ਉਹ ਮੇਰੇ ਲਈ ਬਹੁਤ ਵੱਡੀ ਚੀਜ਼ ਹੈ। ਵਾਹ, ਵੀ ਕੋਈ ਜਿਵੇਂ ਗਾਣਿਆਂ ਦੀਆਂ ਵੀ ਸਾਡੀਆਂ ਕਾਪੀਆਂ ਚੋਰੀ ਹੋ ਜਾਂਦੀਆਂ, ਇਸ ਤਰ੍ਹਾਂ ਡਰ ਜਾਂਦੇ ਆ ਕਈ ਵਾਰੀ ਜੀ। ਸੋ ਨਿੱਕੀ ਉਮਰ ਦੇ ਵਿੱਚ ਜਿਹੜੇ ਗੀਤ ਲਿਖਣ ਲੱਗ ਗਏ ਤੁਸੀਂ, ਇਹ ਆਪਣੇ ਆਪ ਮਨ ਦੇ ਸਿਰਫ ਖਿਆਲ ਸੀ ਜਾਂ ਤੁਸੀਂ ਵੀ ਕਿਸੇ ਨੂੰ ਪੜ੍ਹਦੇ ਸੀ, ਕਿਸੇ ਤੋਂ ਇਹ ਕਿਸੇ ਨੂੰ ਪੜ੍ਹ ਕੇ ਸਿੱਖਿਆ ਵੀ ਐ ਲਿਖਣਾ ਵੀ ਸ਼ੁਰੂ ਕਰੀਏ? ਜੀ ਦੇਖੋ ਜੀ, ਮੈਂ ਸੁਣ ਕੇ ਪ੍ਰਭਾਵਿਤ ਹੋਇਆ ਜੀ, ਤੋਂ ਵੀ ਹੋਇਆ। ਪੜ੍ਹਨ ਦਾ ਮੈਨੂੰ ਬਹੁਤ ਮੌਕਾ ਘੱਟ ਮਿਲਿਆ, ਹਾਲਾਂਕਿ ਮੇਰੇ ਨਾਲ ਦੇ ਸਾਥੀ ਕਹਿੰਦੇ ਯਾਰ ਲਿਟਰੇਚਰ ਪੜ੍ਹਿਆ ਕਰੋ, ਤੇ ਮੈਨੂੰ ਐਂ ਜੇ ਲੱਗਦਾ ਸੀਗਾ, ਵੈਸੇ ਮੇਰੀ ਗੱਲ ਤਾਂ ਇਹ ਬੁਰਾ ਵੀ ਮੰਨਣਗੇ ਕਈ ਸੱਜਣ, ਮੈਂ ਯਾਰ ਤੁਸੀਂ ਨਾ ਇਹ ਪੜ੍ਹ ਕੇ ਨਾ ਇਹਨਾਂ ਚੋਂ ਗਾਣੇ ਕੱਢਦੇ ਹੋ, ਕਿਸੇ ਦੀਆਂ ਕਿਤਾਬਾਂ ਪੜ੍ਹ ਕੇ ਤੁਸੀਂ ਉਹਨਾਂ ਚੋਂ ਗਾਣੇ ਕੱਢ ਕੇ ਫਿਰ ਤੁਸੀਂ ਲਿਖਦੇ ਹੋ, ਪਰ ਮੈਂ ਭਰੋਸਾ ਨਹੀਂ ਕਰਦਾ। ਜੋ ਤੁਹਾਨੂੰ ਆਕਾਸ਼ਵਾਣੀ ਪਰਮਾਤਮਾ ਨੇ ਦੇਣੀ ਹੈ ਨਾ, ਤੁਸੀਂ ਉਹ ਲਿਖੋ ਜੀ। ਅੱਛਾ, ਮੇਰਾ ਇਹ ਸੁਭਾਅ ਹੈ। ਵੈਸੇ ਮਾਫੀ ਚਾਹੁੰਦਾ, ਵੱਡੇ ਵੱਡੇ ਲਿਖਾਰੀਆਂ ਤੋਂ ਗੀਤਕਾਰਾਂ ਤੋਂ ਗੀਤਕਾਰ ਹੈ ਵੀ ਨਹੀਂ ਮੈਂ, ਪਰ ਮੈਂ ਆਪਣਾ ਡੰਗ ਹੀ ਟਪਾਉਣਾ। ਤੁਹਾਨੂੰ ਆਪਦੇ ਪਿੰਡ ਦੇ ਨਾਲ ਬਹੁਤ ਮੋਹ ਆ, ਸਭ ਨੂੰ ਹੀ ਹੁੰਦਾ ਤੇ ਹੋਣਾ ਵੀ ਚਾਹੀਦਾ ਜੀ। ਚਾਣਕ ਦੀ ਸੱਥ ਵਿੱਚ ਵੇ ਜਾਂ ਬੇਫਿਕਰਾ ਹੋ ਕੇ ਬਹਿ, ਜਿਹਨੂੰ ਵਿਆਹ ਕੇ ਲੈ ਆਇਆ ਬਸ ਹੁਣ ਉਹਦਾ ਹੀ ਬਣ ਕੇ ਰਹਿ। ਹਾਂ, ਤੇ ਇਹ ਚਾਣਕ ਪਿੰਡ ਦੇ ਵਿੱਚ ਹੁਣ ਤੱਕ ਤੁਸੀਂ ਰਹਿੰਦੇ ਹੋ ਜੀ। ਤੇ ਕਲਾਕਾਰ ਤਾਂ ਜਿਹੜੇ ਉਹ ਜਦੋਂ 4 ਗਾਣੇ ਹਿੱਟ ਹੋ ਜਾਣ, ਮਸ਼ਹੂਰ ਹੋ ਜਾਣ, ਮੋਹਾਲੀ ਵੱਲ ਗੇੜਾ ਕੱਢ ਲੈਂਦੇ ਆ। ਜੇ ਮੋਹਾਲੀ ਦੇ ਵਿੱਚ ਕਾਮਯਾਬ ਹੋਣ ਤਾਂ ਫਿਰ ਕੈਨੇਡਾ ਵੱਲ ਨੂੰ ਕੱਢ ਲੈਂਦੇ ਆ। ਤੁਸੀਂ ਪਿੰਡ ਦੇ ਵਿੱਚ ਹੀ ਹੋ,
ਜੀ ਕਦੇ ਤੁਹਾਡੇ ਨਹੀਂ ਮਨ ਦੇ ਅੰਦਰ ਉੱਠਦਾ ਵੀ ਯਾਰ ਹੁਣ ਥੋੜਾ ਜਿਹਾ ਬਾਹਰ ਨਿਕਲ ਗਏ? ਬਹੁਤ ਵਾਰ ਉੱਠਿਆ, ਮੈਂ ਰਹਿ ਵੀ ਦੇਖਿਆ, ਹੂੰ ਥੋੜਾ ਰਹਿ ਕੇ ਦੇਖਿਆ। ਜਦੋਂ ਵੀ ਮੈਂ ਕਿਤੇ ਬਾਹਰ ਰਹਿਣ ਲੱਗ ਜਾਂਦਾ, ਪੱਕੀ ਗੱਲ ਹੈ, ਮੇਰਾ ਪਹਿਲੀ ਗੱਲ ਤਾਂ ਜਿਹੜੀ ਮੇਰੀ ਮਿਹਨਤ ਹੈ, ਜੋ ਵੀ ਮੈਂ ਕੁਝ ਕਰ ਰਿਹਾ ਜਾਂ ਲਿਖ ਰਿਹਾ, ਲਿਖਣ ਦਾ ਮੇਰਾ ਜਿਹੜਾ ਤਜਰਬਾ ਜਾਂ ਮੇਰਾ ਇਹ ਲਗਾਓ ਉਹ ਘਟ ਜਾਂਦਾ ਹੈ। ਅੱਛਾ। ਇਹ ਸਮਝ ਲਓ ਜੇ ਮੈਂ ਕਿਤੇ ਬਾਹਰ ਟਿਕਾਣਾ ਮੱਲ ਵੀ ਲਿਆ ਜਾਂ ਕਿਤੇ ਮਕਾਨ ਖਰੀਦ ਲਿਆ ਜਾਂ ਮੈਂ ਹੁਣ ਤੱਕ ਰੈਂਟ ਦੀ ਖਾਧੇ ਧੱਕੇ ਤੁਹਾਨੂੰ ਐਵੇਂ ਕਹਿੰਦੇ ਆ, ਮੇਰਾ ਲਿਖਣਾ ਬੰਦ ਹੋ ਜਾਂਦਾ ਉੱਥੇ ਜਾ ਕੇ। ਹੂੰ। ਉਸ ਮੇਰੇ ਪਿੰਡ ਦੀ ਮਿੱਟੀ ਨਾਲ ਮੇਰਾ ਉਹ ਮੇਰੀ ਰੂਹ ਤਾਜ਼ੀ ਰਹਿੰਦੀ ਹੈ। ਜੋ ਕੁਝ ਮਰਜ਼ੀ ਉੱਥੇ ਮੈਂ ਕੰਪੋਜੀਸ਼ਨਾਂ ਕਰਦਾ, ਲਿਖਦਾ, ਗਾਣੇ ਤਿਆਰ ਕਰਦਾ, ਮੁੜ ਕੇ ਅਸੀਂ ਰੈਸਲਾਂ ਕਰਦੇ ਹਾਂ, ਵੱਡੀਆਂ ਰੈਸਲਾਂ ਸਾਰਾ ਗਰੁੱਪ ਬੈਠ ਕੇ, ਉਹ ਵੀ ਮੇਰੇ ਘਰ 'ਚ ਹੀ ਹੁੰਦੀਆਂ। ਵਾਹ। ਬਹੁਤ ਕਲਾਕਾਰ ਭਰਾਵਾਂ ਨੇ ਮੈਨੂੰ ਇੱਥੋਂ ਤੱਕ ਕਿਹਾ, ਕਿੱਥੇ ਘੁਸਿਆ ਬੈਠਾ ਯਾਰ ਤੂੰ, ਮਾੜਾ ਮੋਟਾ ਹੈ ਇੱਥੇ ਸਿਰ ਘਸੋਈ ਬੈਠਾ ਤੇ ਤੂੰ ਬਾਹਰ ਨਿਕਲ ਮਾੜਾ ਮੋਟਾ ਕਿਤੇ ਵੱਡੇ ਸ਼ਹਿਰਾਂ 'ਚ। ਮੈਂ ਕੀ ਕਰਾਂ, ਮੈਨੂੰ ਨੁਕਸਾਨ ਹੁੰਦਾ। ਹੁਣ ਕਦੇ ਕਦੇ ਦਿਲ ਕਰਦਾ ਯਾਰ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ, ਤੇ ਪਰ ਫਿਰ ਵੀ ਉਹ ਮੁਕਾਬਲੇ ਤਾਂ ਮੈਥੋਂ ਹੋਣੇ ਨਹੀਂ, ਮੈਂ ਚੰਨ ਤੇ ਚੜ ਜਾ, ਡਰੀਏ ਖੁਦਾ ਤੋਂ, ਪਰ ਉਹ ਮੁਕਾਬਲੇ ਮੇਰੇ ਤੋਂ ਨਹੀਂ ਹੋਣੇ। ਫਿਰ ਵੀ ਕੀ ਆ, ਕਿਸੇ ਸ਼ਹਿਰ 'ਚ ਬਹਿ ਜਾਂਗੇ, ਪਰ ਜਿਹੜਾ ਮੇਰਾ ਕੰਮ ਹੈ ਨਾ, ਜਿਹਦੇ ਨਾਲ ਮੇਰੀ ਰੂਹ ਨੂੰ ਸ਼ਾਂਤੀ ਹੈ, ਜੇ ਉਹੀ ਨਾ ਮੇਰੇ ਤੋਂ ਪੂਰੀ ਹੋਈ ਫਿਰ ਸਵਾਦ ਨਹੀਂ ਕਿਤੇ। ਤੇ ਬਾਈ ਜੀ ਇਸ ਗੀਤ ਦੇ ਬੋਲ ਹੋ ਜਾਣ ਵੀ ਘਰ ਵਾਲੀ ਕੋਲੇ ਜਾਵੇਂਗਾ ਮਹਿਬੂਬਾ ਰੁੱਸੂਗੀ, ਜੀ ਮਹਿਬੂਬਾ ਕੋਲੇ ਜਾਵੇਂਗਾ ਤੇਰੀ ਕਿਸਮਤ, ਤੇਰੀ ਇੱਜ਼ਤ ਖੁੱਸੂਗੀ, ਤੇਰੀ ਇੱਜ਼ਤ ਖੁੱਸੂਗੀ। ਜੀ ਬਹੁਤ ਸੋਹਣਾ ਗੀਤ ਸੀ ਇਹ ਜੀ। ਇਹਦੇ ਬੋਲ ਹੋ ਜਾਣ 27 ਤੇ ਅੰਤਰਾ। ਮੁੜ ਜਾ ਮੁੜ ਜਾ ਮੁੜ ਜਾ ਮੇਰੇ ਮਗਰੋਂ ਮੁੜ ਜਾ ਤੂੰ, ਵੇ ਤੈਨੂੰ ਜਿੱਥੇ ਰੱਬ ਨੇ ਜੋੜਿਆ ਜਾ ਕੇ ਉੱਥੇ ਜੁੜ ਜਾ ਤੂੰ, ਤੈਨੂੰ ਜਿੱਥੇ ਰੱਬ ਨੇ ਜੋੜਿਆ ਜਾ ਕੇ ਉੱਥੇ ਜੁੜ ਜਾ ਤੂੰ। ਮੈਨੂੰ ਕਿਰਪਾ ਕਰਕੇ ਵੇ, ਕਿਰਪਾ ਕਰਕੇ ਵੇ, ਨਾ ਹੁਣ ਆਪਣੀ ਆਪਣੀ ਕਹਿ, ਜਿਹਨੂੰ ਵਿਆਹ ਕੇ ਲੈ ਆਏ ਬਸ ਹੁਣ ਉਹਦਾ ਬਣ ਕੇ ਰਹਿ। ਵਾਹ, ਬਹੁਤ ਖੂਬ। ਕਾਫੀ ਲੰਬਾ ਗਾਣਾ ਹੈ ਵੈਸੇ। ਇਹਦੇ ਵਿੱਚ ਜੋ ਮੈਨੂੰ ਪਾਏਦਾਰ ਗੱਲ ਲੱਗੀ ਜੀ ਉਹ ਇਹ ਸੀ, ਘਰ ਵਾਲੀ ਕੋਲ ਜਾਵੇਂਗਾ ਮਹਿਬੂਬਾ ਰੁੱਸੂਗੀ, ਮਹਿਬੂਬਾ ਕੋਲੇ ਆਵੇਂਗਾ ਤੇਰੀ ਇੱਜ਼ਤ ਖੁੱਸੂਗੀ। ਘਰ ਵਾਲੀ ਕੋਲ ਜਾਵੇਂਗਾ ਮਹਿਬੂਬਾ ਰੁੱਸੂਗੀ, ਮਹਿਬੂਬਾ ਕੋਲੇ ਆਵੇਂਗਾ ਤੇਰੀ ਇੱਜ਼ਤ ਖੁੱਸੂਗੀ। ਸਾਥੋਂ ਇੱਕ ਦੂਜੀ ਤੋਂ, ਸਾਥੋਂ ਇੱਕ ਦੂਜੀ ਤੋਂ ਕਦੀ ਦਰਸੀ ਸਾ ਨਾ ਲੈ, ਜਿਹਨੂੰ ਵਿਆਹ ਕੇ ਲੈ ਆਏ ਬਸ ਹੁਣ ਉਹਦਾ ਬਣ ਕੇ। ਬਹੁਤ ਖੂਬ, ਬਹੁਤ ਕਿਆ ਬਾਤ ਕਿਆ ਹੈ। ਬਾਤ ਆ, ਬਾ ਕਮਾਲ ਗੀਤ ਆ ਬਾਈ ਜੀ। ਆਪਾਂ ਨਾ ਗੱਲਬਾਤ ਤੁਹਾਡੇ ਵੰਜ ਬਰਾਬਰ ਕੱਢਾਂਗੇ ਤੇ ਖੋਟੇ ਪੈਸੇ ਹੀ ਸਮਝ ਕੇ ਚੱਕਲਾ ਨਹੀਂ ਕਿਸੇ ਕੰਮ ਆ ਜਾਾਂਗੇ, ਤੇ ਮਹਾਰਾਜੇ ਪਟਿਆਲੇ ਵਾਂਗੂ ਸਾਡੀ ਚੜ੍ਹਾਈ ਹੁੰਦੀ ਸੀ, ਤੇ ਬੜੇ ਹੋਰ ਗਾਣੇ ਵੀ ਅੱਜ ਸੁਣਨੇ ਆ। ਪਰ ਵਿੱਚ ਵਿਚਾਲੇ ਜੇ ਇਹੋ ਜਿਹਾ ਦੌਰ ਆਇਆ ਜਦੋਂ ਤੁਸੀਂ 2005 ਤੋਂ ਲੈ ਕੇ 7-8 ਤੱਕ ਗਾਇਬ ਹੋ ਗਏ ਜੀ, ਰੱਜ ਕੇ ਦਾਰੂ ਪੀਣ ਲੱਗ ਗਏ ਤੁਸੀਂ, ਗੁਸਤਾਖੀ ਲਈ ਮਾਫੀ, ਇੰਨੀ ਕਿ ਦਾਰੂ ਪੀਤੀ ਮੈਨੂੰ ਲੱਗਦਾ ਵੀ ਅੱਧੇ ਕ ਠੇਕੇ ਤੁਹਾਡੇ ਆਲੇ ਦੁਆਲੇ ਦੇ ਤੁਹਾਡੀ ਕਮਾਈ ਨਾਲ ਹੀ ਚੱਲਦੇ ਸੀ ਜੀ। ਕਿਉਂ ਇੰਨੀ ਪੀਣ ਲੱਗ ਪਏ ਤੇ ਕਿਉਂ ਇੱਕਦਮ ਛੱਡਤੀ? ਵੈਸੇ ਵਧੀਆ ਗੱਲ ਆ ਵੀ ਛੱਡਤੀ, ਇਹ ਕੀ ਸਬਬ ਬਣਿਆ ਸੀਗਾ? ਸਬਬ ਮੈਂ ਇਹ ਨਹੀਂ ਕਹਿ ਸਕਦਾ ਮੈਨੂੰ ਕੋਈ ਉਸ ਤਰ੍ਹਾਂ ਦੀ ਕੋਈ ਤਕਲੀਫ ਸੀ ਜਾਂ ਮੈਂ ਕਿਉਂ ਪੀਂਦਾ ਸੀ ਜਾਂ ਜਾਣ ਕੇ ਪੀਂਦਾ ਸੀ। ਦਰਅਸਲ ਬਹੁਤ ਮੈਂ ਕਦੇ ਸੱਜਣਾ ਨੇ ਪੁੱਛਣ ਦੀ ਕੋਸ਼ਿਸ਼ ਕੀਤੀ, ਮੈਂ ਖਾਸ ਬੰਦਿਆਂ ਨੂੰ ਤਾਂ ਪਤਾ ਹੋਣਾ ਮੇਰੇ ਨਾਲ ਦੇ ਨੂੰ, ਮੈਂ ਪਹਿਲੀ ਟੇਪ ਜਦੋਂ ਆਈ ਹੈ ਨਾ, ਖੜੀ ਸਟੇਸ਼ਨ ਤੇ ਰਹਿ ਗਈ, ਆਪ ਤੋਂ ਗੱਡੀ ਚੜ ਗਿਆ ਵੇ, ਉਹ ਟੇਪ 1994 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਆਈ ਜੀ। ਉਸ ਤੋਂ ਬਾਅਦ ਮੈਂ ਦੂਸਰੀ ਕੈਸਟ ਦੀ ਰਿਕਾਰਡਿੰਗ ਕਰਾਇਆ, ਚੜਦਾ ਸੀ ਜਨ ਹੱਸ ਕੇ। ਅੱਛਾ। ਉਹ ਹਲੇ ਟੇਪ ਜਾਣੀ ਮੈਂ ਕਰਾ ਕੇ ਆਇਆ ਤੇ ਉਹ ਆਉਣੀ ਸੀ ਹਲੇ। ਉਸ ਤੋਂ ਉਹ ਟੇਪ ਕੈਸਟ ਆਉਣ ਤੋਂ ਪਹਿਲਾਂ ਮੇਰੇ ਤੋਂ ਵੱਡੇ ਮੇਰੇ ਬ੍ਰਦਰ ਸੁਰਜੀਤ ਸਿੰਘ, ਉਹ ਆਪਣੇ BSF ਦੇ ਵਿੱਚ ਵਾਇਰਲੈਸ ਆਪਰੇਟਰ ਵੀ ਭਰਤੀ ਸੀਗੇ ਉਹ, ਤੇ ਉਹ ਮੁੜ ਕੇ ਨੌਕਰੀ ਪਤਾ ਨਹੀਂ ਕਿਹੜੀ ਗੱਲ ਤੋਂ ਛੱਡ ਕੇ ਕੋਈ ਹੋਰ ਨੌਕਰੀ ਦੇ ਚੱਕਰ 'ਚ ਉਹ ਆ ਕੇ ਦੁਬਾਰਾ ਫਿਰ ਫਸਟ ਈਅਰ 'ਚ ਦਾਖਲਾ ਲੈ ਕੇ ਤਾਂ ਪੜ੍ਹਨ ਲੱਗ ਗਏ ਦੁਬਾਰਾ। ਕਾਲਜ 'ਚੋਂ ਛੱਡ ਕੇ ਗਏ ਸੀ ਪਹਿਲਾਂ ਵੀ ਜਦੋਂ ਭਰਤੀ ਹੋਏ। ਉਹ ਚਲੋ ਮੈਂ ਜ਼ਿਆਦਾ ਗੱਲ ਨਾ ਵਧਾਵਾਂ, ਉਹਨਾਂ ਦੇ ਨਾਲ 1995 ਦੇ ਵਿੱਚ ਕਿਸੇ ਐਕਸੀਡੈਂਟ ਰਾਹੀਂ ਮੌਤ ਹੋ ਗਈ ਜੀ। ਉਹ ਜਦੋਂ ਨੌਕਰੀ ਛੱਡ ਆਏ ਸੀ, ਉਹ ਮੇਰੇ ਦਫ਼ਤਰ ਦਾ ਸਾਰਾ, ਦਫ਼ਤਰ ਤਾਂ ਕਰ ਹੀ ਰੱਖਿਆ ਸੀ ਮੈਂ, ਸਾਰਾ ਕੰਮਕਾਰ ਸੰਭਾਲਦੇ ਸੀ। ਜਿਵੇਂ ਕੋਈ ਮਿਊਜ਼ੀਸ਼ੀਅਨ ਬੁੱਕ ਕਰਕੇ ਆਉਣੇ ਆ ਜਾਂ ਕਿਸੇ ਲੇਡੀਜ਼ ਸਿੰਗਰ ਕੁੜੀ ਨੂੰ ਬੁੱਕ ਕਰਕੇ ਆਉਣਾ, ਉਹੀ ਜਾਂਦਾ ਹੁੰਦਾ ਸੀ। ਉਹ ਇੱਕ ਹਿਸਾਬ ਦੀਆਂ ਨਾ ਲੋਕਾਂ ਦੀ ਤਾਂ ਇੱਕ ਬਾਂਹ ਲੈਂਦੀਆਂ, ਮੇਰੀਆਂ ਤਾਂ ਦੋਨੇ ਲਾ ਕੇ ਲੈ ਗਿਆ। ਇਸ ਦੁੱਖ ਨੇ ਮੈਨੂੰ, ਪਹਿਲਾਂ ਮੈਂ ਇਸ ਤਰ੍ਹਾਂ ਪੀਣ ਵਾਲਿਆਂ ਨੂੰ ਪਤਾ ਹੈ ਵੀ ਯਾਰ ਪੈਗ ਜਾ ਲਾ ਕੇ ਮਨ ਖੜ ਜਾਂਦਾ, ਉਹ ਐਸਾ ਮਨ ਖੜਾਉਂਦਾ ਮੈਂ ਖੜੀ ਦਾਰੂ ਤੇ ਗਿਆ। ਅੱਛਾ।
ਇਸ ਤਕਲੀਫ ਨੇ ਮੈਨੂੰ ਪੂਰਾ ਫਿਰ ਜਿਵੇਂ ਆਪਾਂ ਕਹਿੰਦੇ ਡਰੰਕਰ ਬਣਾਤਾ। ਹੂੰ ਬਹੁਤ ਸਾਲ ਫਿਰ ਮੈਂ ਪੀਤੀ, ਹੂੰ ਇਹ ਕਹਿ ਸਕਦਾ ਮੈਂ ਦਿਨ ਰਾਤ ਪੀਤੀ। ਹੂੰ ਰਾਤਾਂ ਨੂੰ 2-2 2:30 ਵਜੇ ਉੱਠ ਕੇ ਜਦੋਂ ਵੀ ਮੇਰੀ ਅੱਖ ਖੁੱਲ ਜਾਣੀ ਮੈਂ ਉਹਦੀ ਪੀ ਲੈਣੀ। ਹੂੰ 3 3:30 4 ਵਜੇ ਹੂੰ ਮੈਂ ਸੱਚ ਕਹਿੰਦਾ ਵੀ ਮੇਰਾ ਪੈਗ ਲੱਗਿਆ ਹੁੰਦਾ ਸੀ। ਹੂੰ ਬਹੁਤ ਫੰਕਸ਼ਨ ਮੈਂ ਉਦੋਂ ਮੇਰੇ ਖਰਾਬ ਵੀ ਹੋਏ, ਖਰਾਬ ਇਹ ਹੋਏ ਜਿਹੜੇ ਪੀਰਾਂ ਦੀਆਂ ਦਰਗਾਹਾਂ ਤੇ ਫੰਕਸ਼ਨ ਸੀ ਉਹ ਮੈਂ ਬੁੱਕ ਨਹੀਂ ਸੀ ਕਰਦਾ। ਡਰਦਾ ਮਾਰਾ ਵੀ ਜੇ ਦਾਰੂ ਪੀ ਕੇ ਜਾਊਂਗਾ ਪਾਪ ਲੱਗੂਗਾ ਮੈਨੂੰ ਜੀ, ਮੈਂ ਮਾਂਜਿਆ ਜਾਊਂਗਾ, ਹੂੰ ਅੱਛੀ ਨਹੀਂ ਹੋਊਗੀ ਗੱਲ। ਉਹ ਮੇਰੇ ਪ੍ਰੋਗਰਾਮ ਮੈਂ ਉਦੋਂ ਬੁੱਕ ਨਹੀਂ ਕਰਦਾ ਸੀ। ਕੀ ਕਹਿਣਾ ਕਿਤੇ ਜੇ ਕੋਈ ਕਰ ਲੈਂਦਾ, ਉਸ ਦਿਨ ਮੈਂ ਪੀਂਦਾ ਨਹੀਂ ਸੀ। ਫਿਰ ਜਦੋਂ ਨਹੀਂ ਪੀਂਦਾ ਸੀ ਮੇਰੇ ਤੋਂ ਉਸ ਹਿਸਾਬ ਨਾਲ ਗਾਇਆ ਨਹੀਂ ਸੀ ਜਾਂਦਾ। ਇਸ ਕਰਕੇ ਮੈਨੂੰ 2 ਤਕਲੀਫਾਂ ਹੋ ਜਾਂਦੀਆਂ ਸੀ। ਇੱਕ ਤਾਂ ਡਰ ਵੀ ਕਿਸੇ ਫਕੀਰ ਦੀ ਜਗ੍ਹਾ ਤੇ ਜਾਊਂਗਾ ਜਾਂ ਕਿਸੇ ਵੀ ਐਨੀਵੇਜ ਧਾਰਮਿਕ ਫੰਕਸ਼ਨ ਤੇ ਜਾਊਂਗਾ, ਮੈਂ ਬਹੁਤ ਡਰਦਾ ਰਿਹਾ। ਅੱਜ ਵੀ ਡਰਦੇ ਆ ਵੈਸੇ ਤਾਂ, ਕਿਉਂ ਹੁਣ ਐ ਨਹੀਂ ਡਰ ਰਹਿੰਦਾ ਵੀ ਹੁਣ ਚਲੋ ਸਾਫ਼ ਮਾਲਕ ਨੇ ਕਰਤੇ ਹੈ। ਹੂੰ ਪਰ ਵੀਰ ਜੀ ਤੁਸੀਂ ਦੱਸ ਰਹੇ ਸੀ ਵੀ ਤੁਸੀਂ दारू ਛੱਡਣ ਦਾ ਫੈਸਲਾ ਇੱਕ ਦਿਨ ਦੇ ਵਿੱਚ ਇੱਕ ਦਿਨ ਕੀਤਾ ਸੀ। ਚਲਿਆ। ਬਹੁਤੇ ਲੋਕਾਂ ਨੂੰ ਅਸੀਂ ਮਿਲਦੇ ਆ ਜਿਹੜੇ ਕਹਿੰਦੇ ਨੇ ਕਿ ਜਦੋਂ ਨਸ਼ੇ ਦੀ ਆਦਤ ਪੈ ਜਾਂਦੀ ਹੈ ਤਾਂ ਉਹਨੂੰ ਛੱਡਣਾ ਸੌਖਾ ਨਹੀਂ ਹੁੰਦਾ ਇੱਕਦਮ, ਪਰ ਤੁਸੀਂ ਇੱਕ ਦਿਨ ਦੇ ਫੈਸਲੇ 'ਚ ਆਪਣੀ ਇਸ ਜਿਹੜੀ ਕਹਿ ਲਓ ਗਲਤੀ ਹੈ ਜਾਂ ਜਿਹੜੀ ਗੰਦੀ ਆਦਤ ਸੀ ਇਹਨੂੰ ਪਾਸੇ ਕਰ ਦਿੱਤਾ। ਐਸਾ ਕੀ ਮਨ ਦੇ ਵਿੱਚ ਆਇਆ, ਕਿੰਨਾ ਹੌਸਲਾ ਕਿੱਥੋਂ ਮਿਲਿਆ? ਮੈਂ ਖੁਦ ਹੈਰਾਨ ਹਾਂ ਇਸ ਗੱਲ ਤੋਂ। ਉਹ 29 ਸਤੰਬਰ ਦਾ ਦਿਨ ਸੀਗਾ 2007 ਦਾ। ਹੂੰ ਮੈਂ ਸੁਬਾਹ ਤੋਂ ਸ਼ੁਰੂ ਹੋ ਕੇ 12:30 ਵਜੇ ਤੱਕ ਦਿਨੇ ਪੀਤੀ ਹੈ ਸ਼ਰਾਬ। ਹੂੰ 12:30 ਵਜੇ ਤੋਂ ਜਿਹੜਾ 1 ਵਜੇ ਦਾ ਵਿੱਚ ਸਮਾਂ ਸੀ, ਉਸ ਸਮੇਂ ਮੈਂ ਆਪਣੇ ਆਪ ਨੂੰ, ਬੁਰਾ ਵੀ ਲੱਗੂਗਾ ਸਭ ਨੂੰ, ਬਹੁਤ ਗਾਲਾਂ ਕੱਢੀਆਂ। ਮੈਂ ਹੂੰ ਬਹੁਤ ਗਾਲਾਂ ਕੱਢੀਆਂ ਆਪਣੇ ਆਪ ਨੂੰ ਗਾਲਾਂ ਕੱਢੀਆਂ। ਸਾਲਿਆ ਤੈਨੂੰ ਕੋਈ ਪੁੱਛਦਾ ਨਹੀਂ, ਕਾਹਦਾ ਕਲਾਕਾਰ ਹੈ, ਤੈਨੂੰ ਤੇਰੇ ਨਾਮ ਦਾ ਨਹੀਂ ਪਤਾ ਵੀ ਤੇਰਾ ਨਾਮ ਲਾਭ ਹੀਰਾ, ਇਹਦਾ ਮਕਸਦ ਨਹੀਂ, ਮਤਲਬ ਨਹੀਂ ਤੂੰ ਜਾਣਦਾ, ਇਹਦਾ ਮਤਲਬ ਤੂੰ ਜਾਣਦਾ ਨਹੀਂ, ਇਸਦਾ ਮਤਲਬ ਤੈਨੂੰ ਆਪਦੇ ਨਾਮ ਦੇ ਹੀ ਪਛਾਣ ਨਹੀਂ, ਤੈਨੂੰ ਆਪਣੇ ਆਪ ਦੀ ਕੁਝ ਵੀ ਨਹੀਂ ਜਾਣ। ਹਾਂ ਲੋਕ ਤੈਨੂੰ ਪੁੱਛਣੋਂ ਹਟ ਗਏ, ਕੋਈ ਫੰਕਸ਼ਨ ਨਹੀਂ ਤੇਰੇ ਕੋਲੇ, ਕੋਈ ਤੇਰੇ ਕੋਲੇ ਆਉਂਦਾ ਨਹੀਂ, ਕੋਈ ਗੀਤਕਾਰ ਭਰਾ ਨਹੀਂ ਗੇੜਾ ਮਾਰਦਾ, ਕੋਈ ਮਿਊਜ਼ੀਸ਼ੀਅਨ ਨਹੀਂ ਗੇੜਾ ਮਾਰਦਾ, ਕਿੱਧਰ ਨੂੰ ਗਈ ਕਹਾਣੀ। ਹੂੰ ਕਿਉਂ ਯਾਰ, ਕਈਆਂ ਦੇ ਮਨ ਚ ਆ ਜਾਂਦੇ ਨੇ ਜਿਵੇਂ ਕਲਾਕਾਰ ਮਾਫੀ ਚਾਹੁੰਦਾ ਵੀ ਯਾਰ ਮੈਂ ਮਰ ਹੀ ਜਾਣਾ। ਹੂੰ ਉਹ ਤੱਕ ਕਦੇ ਮੇਰੇ ਆਇਆ ਹੀ ਨਹੀਂ ਸੀ, ਕਦੇ ਵੀ ਨਹੀਂ ਸੀ ਆਇਆ। ਪਰਮਾਤਮਾ ਨੇ ਐਸੀ ਹੱਲਾਸ਼ੇਰੀ ਮੈਨੂੰ ਦੇ ਰੱਖੀ ਸੀ, ਉਂਝ ਮੈਨੂੰ ਮਲੀਆ ਮੇਟ ਵੀ ਕਰ ਰੱਖਿਆ ਸੀ। ਹੂੰ ਭਰੋਸਾ ਵੀ ਸੀ ਮਨ ਚ, ਜੇ ਹੋ ਸਕਦਾ ਸ਼ਰਾਬ ਛੱਡ ਕੇ ਤੂੰ ਇੱਕ ਪਾਰਸ ਦੀ ਵੱਟੀ ਫੇਰ ਤੂੰ ਬਣ ਸਕਦਾ ਹੈ। ਅੱਛਾ ਉਹ ਮਾਲਕ ਨੇ ਦਿਨ ਲਿਆਤਾ। ਜੀ, ਅੱਧਾ ਦਿਨ ਪੀ ਕੇ ਮੈਂ ਉਸ ਤੋਂ ਬਾਅਦ ਮੇਰਾ ਦਿਲ ਕਰੇ ਵੀ ਇਹ ਜਿਹੜੀ ਬੋਤਲ ਜਾਂ ਕੁਝ ਵੀ ਮੇਰੇ ਮੂਹਰੇ ਸ਼ਰਾਬ ਪਈ ਸੀ, ਕੰਧਰਾਂ ਮਾਰ ਇਹਨੂੰ ਭੰਨ ਦੇ। ਉਹ ਦਿਨ ਗਿਆ, ਫਿਰ ਅੱਜ ਦੇ ਦਿਨ ਆ ਗਏ। ਬਹੁਤ ਮਾਲਕ ਨੇ ਐਸੀ ਮਿਹਰਬਾਨੀ ਕੀਤੀ, ਸਰੋਤਿਆਂ ਦੀ ਮਿਹਰਬਾਨੀ ਹੋਈ, ਮਹਾਂਪੁਰਸ਼ਾਂ ਕੋਲੇ ਜਾਣ ਲੱਗ ਗਿਆ। ਫਿਰ ਮੈਂ ਸ਼ਰਾਬ ਛੱਡ ਕੇ ਕਿਤੇ ਜਾਣਾ ਸੀ। ਪਹਿਲਾਂ ਤਾਂ ਮੈਂ ਬਿਲਕੁਲ ਐਵੇਂ ਕਹਿ ਦਿਆਂ, ਮੇਰਾ ਨਹੀਂ ਮਨ ਕਰਦਾ ਸੀ ਕਿਤੇ ਜਾਣ ਨੂੰ, ਡਰਦੇ ਦਾ ਵੀ ਮੈਨੂੰ ਜੇ ਮਾੜਾ ਜਿਹਾ ਵੀ ਕਿਸੇ ਨੇ ਟੋਕਤਾ, ਲੜਾਈ ਹੋਊਗੀ, ਬੋਲਾਂਗੇ ਕਿਸੇ ਨਾਲ, ਇਹਦੇ ਨਾਲੋਂ ਮਨਾ ਕਿਤੇ ਜਾ ਨਾ। ਬਹੁਤ ਖੂਬ ਬਸ ਬਾਈ ਜੀ, ਬਹੁਤ ਚੰਗੀ ਲੱਗੀ ਇਹ ਤੁਹਾਡੀ ਕਹਾਣੀ ਸੁਣ ਕੇ ਨਾ। ਤੇ ਇਹ ਸਵਾਲ ਪੁੱਛਣ ਦਾ ਵੀ ਸਾਡਾ ਮਕਸਦ ਇਹ ਸੀਗਾ ਕਿ ਬਹੁਤ ਸਾਰੇ ਲੋਕ ਜਿਹੜੇ ਕਿ दारू ਦੇ ਜਾਂ ਕਿਸੇ ਵੀ ਨਸ਼ੇ ਦੇ ਆਦੀ ਆ, ਉਹ ਛੱਡਣਾ ਸ਼ਾਇਦ ਚਾਹੁੰਦੇ ਹੋਣ ਪਰ ਉਹਨਾਂ ਦਾ ਇਰਾਦਾ ਪੱਕਾ ਨਹੀਂ ਹੈਗਾ। ਇਸ ਤਰੀਕੇ ਦੇ ਨਾਲ ਬਾਈ ਲਾਭ ਹੀਰੇ ਦੇ ਵਾਂਗੂ ਤੁਸੀਂ ਕੁਝ ਘੰਟਿਆਂ ਦੇ ਵਿੱਚ ਹੀ ਫੈਸਲਾ ਪੱਕਾ ਕਰਕੇ, ਇਰਾਦਾ ਪੱਕਾ ਕਰਕੇ ਇਸ ਅਲਾਮਤ ਨੂੰ ਦੂਰ ਕਰ ਸਕਦੇ ਆ। ਤੇ ਬਹੁਤ ਸਾਰੇ ਕਲਾਕਾਰਾਂ ਨੂੰ दारू ਪੀ ਗਈ, ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ, ਉਹਨਾਂ ਨੇ दारू ਨੂੰ ਨਹੀਂ ਪੀਤਾ, ਉਹਨਾਂ ਦੀ ਕਲਾ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਉਹ दारू ਪੀ ਗਈ। ਬਾਈ ਜੀ ਤੁਸੀਂ ਸਹੀ ਸਲਾਮਤ ਹੋ, ਤੁਹਾਡੀ ਹੁਣ ਵੀ ਝੰਡੀ ਆ। ਅਸੀਂ ਤੁਹਾਡਾ ਧੰਨਵਾਦ ਕਰਦੇ ਵੀ ਤੁਸੀਂ ਸੱਚੀ ਮੁੱਚੀ ਆਪਦੀ ਕਲਾ ਨੂੰ ਵੀ ਸੰਭਾਲਿਆ, ਆਪਣੇ ਆਪ ਨੂੰ ਵੀ ਤੇ ਪੂਰੇ ਟੱਬਰ ਨੂੰ ਵੀ। ਮਿਹਰਬਾਨੀ ਬਾਈ ਜੀ ਤੁਸੀਂ ਗੀਤ ਗਾਇਆ, ਤੂੰ ਜੋ ਵੀ ਕਰਨਾ ਕਰ ਲਾ, ਨਹੀਂ ਵੰਝ ਬਰਾਬਰ ਕੱਢਾਂਗੇ ਜੀ। ਇੰਨਾ ਖਤਰਨਾਕ ਗੀਤ, ਐਡਾ ਬਰਾਬਰ ਉਹਦੇ ਮੋੜਾ ਕੱਢ ਕੇ ਰੱਖਤਾ ਵੀ ਜੇ ਤੂੰ ਐ ਕਰਦੀ ਤਾਂ ਯਾਰ ਵੀ ਐ ਕਰੂਗਾ। ਕਰਨਗੇ, ਠੀਕ। ਇੰਨਾ ਗੁੱਸਾ। ਪਰ ਇਸ ਗੀਤ ਦੇ ਬਾਰੇ 'ਚ ਮੈਂ ਇੱਕ ਹੋਰ ਤੁਹਾਨੂੰ ਜਾਣਕਾਰੀ ਸਾਰਿਆਂ ਨੂੰ ਦੇ ਦਵਾਂ ਕਿ ਇਹ ਗਾਣਾ ਠੀਕ ਹੈ YouTube ਦੇ ਉੱਪਰ ਤਾਂ ਮੈਂ ਸੁਣਿਆ ਹਨਾ, ਪਰ ਸਭ ਤੋਂ ਵੱਧ ਇਹ ਗੀਤ ਮੈਂ ਟਹਿਣਾ ਸਾਹਿਬ ਦੇ ਮੂੰਹੋਂ ਸੁਣ ਚੁੱਕੀ ਆ, ਕਿਉਂਕਿ ਜਦੋਂ ਵੀ ਕਿਤੇ ਇਕੱਲੇ ਬੈਠੇ ਹੁੰਦੇ ਨੇ ਜਾਂ ਵੈਸੇ ਗੁਣਗੁਣਾਉਂਦੇ ਹੁੰਦੇ ਨੇ ਤੇ ਇਹ ਗੀਤ ਅਕਸਰ ਇਹਨਾਂ ਦੀ ਜ਼ੁਬਾਨ ਦੇ ਉੱਪਰ ਹੁੰਦਾ। ਕੀ ਬਾਤ ਹੈ। ਹਾਂ ਬਾਈ ਜੀ, ਪਾਵਰਫੁਲ ਗਾਣਾ ਨਾ, ਬਹੁਤ ਇਹ 'ਚ ਬੜੀ ਤਾਕਤ ਆ, ਇਹ 'ਚ ਬੜੀ ਊਰਜਾ ਵੀ ਹੈ ਤੇ ਬੜਾ ਗੁੱਸਾ ਵੀ ਆ ਤੇ ਬੜੀ ਖਾਰ ਵੀ ਆ। ਮਿਹਰਬਾਨੀ, ਜਗਾਉਂਦਾ ਸੋ ਤੈਨੂੰ ਇਹ। ਹਾਂ ਤੇ ਬਾਈ ਜੀ ਕੀ ਰੌਲਾ ਕੀ ਪੈ ਗਿਆ ਸੀਗਾ? ਰੌਲਾ ਕੁਛ ਨਹੀਂ ਹੈਗਾ ਜੀ, ਹੈ ਤਾਂ ਇਹ ਗਾਣਿਆਂ ਵਰਗਾ ਗਾਣਾ ਹੀ ਹੈ। ਹਾਂ ਤੇ ਬਸ ਆਈਡੀਆ ਆਇਆ। ਦਰਅਸਲ ਇਹ ਜਦੋਂ ਮੈਂ ਲਿਖਿਆ ਨਾ ਗਾਣਾ, ਜਿੱਦੇ ਪਹਿਲੇ ਦਿਨ ਇਹ ਗਾਣਾ ਲਿਖਿਆ ਮੈਂ, ਸੁਬਾਹ ਹੋਊਗਾ 8-9 ਵਜੇ ਦਾ ਟਾਈਮ, ਪੈਗ ਫਿਰ ਵੀ ਮੇਰਾ ਲੱਗਿਆ ਸੀ। ਓਹੋ ਅੱਛਾ। ਹਾਂਜੀ ਹਾਂ, ਕਿਉਂਕਿ ਗਾਣੇ ਜਿਹੜੇ ਜਿੰਨੇ ਵੀ ਮੈਂ ਉਦੋਂ ਲਿਖੇ ਸੀ ਸਾਰੇ ਐਵੇਂ ਕਹਿੰਦਾ ਮੈਂ ਸੱਚ ਬੋਲ ਰਿਹਾ, ਮੈਂ ਦਾਰੂ ਪੀਤੀ ਚ ਲਿਖਿਆ। ਅੱਛਾ। ਪਰ ਮੇਰੇ ਮਗਰ ਲੱਗ ਕੇ ਕੋਈ ਹੋਰ ਨਾ ਆਪਦਾ ਖਾਨਾ ਖਰਾਬ ਕਰ ਲੇ। ਮੈਂ ਸਿੱਧੀ ਜੀ ਗੱਲ ਦੱਸਦਾ ਸੁਣਨ ਵਾਲੇ ਸੱਜਣਾ ਨੂੰ, ਮੈਂ ਦਾਰੂ ਤੋਂ ਇੰਨਾ ਕੰਮ ਲਿਆ ਨਾ, ਬਹੁਤ ਕੰਮ ਲਿਆ।
ਲੋਕ दारू ਪੀ ਕੇ ਪੈਸਾ ਉਜਾੜਦੇ ਹੁੰਦੇ, ਮੈਂ ਕਮਾ ਕੇ ਲਿਆਉਂਦਾ ਸੀ। ਅੱਛਾ। ਕਮਾ ਕੇ ਕਿਵੇਂ ਲਿਆਉਂਦਾ ਸੀ? ਗਾਣੇ ਮੈਂ ਬੜੇ ਸ਼ਾਨਦਾਰ ਤਿਆਰ ਕਰਦਾ दारू ਪੀ ਕੇ। ਇੰਨਾ ਗਾਉਂਦਾ ਮੈਂ ਰੋਟੀ ਬੇਸ਼ੱਕ ਨਾ ਖਾਂਦਾ, ਮੈਂ ਥੱਕਦਾ ਨਹੀਂ ਸੀ ਗਾਉਂਦਾ। ਉਹ ਅੱਜ ਵੀ ਮਾਲਕ ਦੀ ਮਿਹਰ ਨਾਲ ਉਦੋਂ ਦਾ ਬਣਿਆ ਹੋਇਆ, ਇਹ ਤੰਦੂਰ ਵਾਂਗੂ ਤਪਾਇਆ ਹੋਇਆ। ਅੱਜ ਮੈਨੂੰ ਠੰਡੀਆਂ ਮਿੱਠੀਆਂ ਇਹ ਸਭ ਮੈਨੂੰ ਲੋਰੀਆਂ ਤੁਸੀਂ ਉਦੋਂ ਵਿਆਹੇ ਸੀ ਜਦੋਂ ਇਹ ਗਾਣਾ ਲਿਖਿਆ? ਹਾਂ ਜੀ। ਅੱਛਾ, ਤੇ ਘਰ ਵਾਲੀ ਨੇ ਕਦੇ ਭੈਣ ਜੀ ਨੇ ਪੁੱਛਿਆ ਨਹੀਂ ਵੀ ਭਾਈ ਰੌਲਾ ਕਿਹਦੇ ਨਾਲ ਆ, ਇੰਨਾ ਗੁੱਸਾ ਵੀ ਬਾਂਝ ਬਰਾਬਰ ਕੱਢਾਂਗੇ? ਇੰਨਾ ਮਨ ਦਾ ਗੁਬਾਰ ਕਿਤੇ ਤੇ ਕੱਢ ਰਹੇ ਹੋ। ਘਰਦਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਇਹਨਾਂ ਦਾ ਰੁਜ਼ਗਾਰ ਹੈ। ਹਾਂ। ਹੁਣ ਗਾਣੇ ਤਾਂ ਐਸੇ ਪਏ ਨੇ ਜਿਹਨਾਂ ਕਈ ਵਾਰੀ ਆਪਾਂ ਅਨੁਮਾਨ ਨਹੀਂ ਲਾ ਸਕਦੇ। ਉਹ ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਬੰਦਾ ਖੁਦ ਆਪ ਵੀ ਇਹੋ ਜਿਹੀ ਹੋਵੇ। ਇਹ ਨਹੀਂ ਗੱਲ ਹੁੰਦੀ। ਗਾਣਾ ਇਹ ਤਾਂ ਸ਼ਾਇਰ ਦੀ, ਲੇਖਕ ਦੀ, ਗੀਤਕਾਰ ਦੀ, ਲਿਖਾਰੀ ਦੀ ਸੋਚ ਹੈ। ਬਿਲਕੁਲ ਸਹੀ। ਗਾਣਾ ਕੋਈ ਕਿਤੇ ਜਿਵੇਂ ਸਮਾਜ ਦੇ ਵਿੱਚ ਕੁਝ ਵਾਪਰਦਾ ਹੈ, ਉਹ ਵਾਪਰਦਾ ਜੋ ਕੁਝ ਦੇਖਦਾ ਹੈ ਕੋਈ ਸ਼ਾਇਰ, ਉਸੇ ਤਰ੍ਹਾਂ ਹੀ ਉਹ ਆਪਣੇ ਮਨ 'ਚ ਉਹਦੀ ਤਸਵੀਰ ਬਣਾਉਂਦਾ ਹੈ, ਲਿਖਦਾ ਹੈ। ਤੇ ਹੈ ਤਾਂ ਮਾਲਕ ਦੀਆਂ ਮਿਹਰਾਂ ਹੈ। ਤੇ ਮੈਨੂੰ ਇੰਨਾ ਕੁ ਜ਼ਰੂਰ ਲੱਗਦਾ ਹੈ ਚੰਗਾ ਲਿਖ ਕੇ ਵੀ ਕਲਾਕਾਰ ਵਧੀਆ ਬਣ ਸਕਦਾ ਹੈ। ਤੇ ਕੋਈ ਮਾੜੇ ਗਾਣਿਆਂ ਦੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਮਾੜੇ ਗਾਣੇ ਗਾ ਕੇ ਕਲਾਕਾਰ। ਬਿਲਕੁਲ। ਤੇ ਇਸ ਗਾਣੇ ਦੀ ਸਥਾਈ ਤੇ ਅੰਤਰਾ ਹੋ ਜੀ ਜ਼ਰੂਰ ਸੁਣਾਉਣਾ ਹੈ। ਜਿਹੜਾ ਉਸ ਤੋਂ ਪਹਿਲਾਂ ਕਹਿੰਦੇ ਹੁੰਦੇ ਨੇ ਵੀ ਆਸ਼ਕ ਹੁੰਦੇ 3 ਤਰ੍ਹਾਂ ਦੇ। ਇੱਕ ਉਹ ਹੁੰਦੇ ਆ ਜਿਹੜੇ ਕਹਿੰਦੇ ਵੀ ਭਾਈ ਦਿਲ ਟੁੱਟ ਗਿਆ ਤੇ ਹੁਣ ਆਪਾਂ ਫਾਹਾ ਲੈ ਲਈਏ। ਇੱਕ ਉਹ ਹੁੰਦੇ ਆ ਜਿਹੜੇ ਕਹਿੰਦੇ ਆ ਜਾ ਹੁਣ ਵੰਜ ਬਰਾਬਰ ਕੱਟਾਂਗੇ। ਜਿਹੜੀ ਮੈਂ ਗੱਲ ਵਿੱਚੋਂ ਕਹਿਣੀ ਭੁੱਲ ਗਿਆ, ਜਿਹੜੀ ਇਹ ਮੂੰਹ ਤੋੜ ਲਿਆ ਮੁਖ ਮੋੜ ਲਿਆ ਸਾਨੂੰ ਛੱਡ ਅਲੜੇ ਬੇਕਦਰੇ ਗੈਰਾਂ ਨਾਲ ਨਾਤਾ ਜੋੜ ਲਿਆ। ਹੁਣ ਤੇਰੀ ਜ਼ਿੱਦ ਨਾਲ ਦੇਖੀ ਅਸੀਂ ਕੀ ਕੰਡੇ ਕੱਢਾਂਗੇ, ਤੂੰ ਜੋ ਵੀ ਕਰਨਾ ਕਰ ਲੈ। ਨਹੀਂ ਬੰਜ ਨਹੀਂ ਸੀ ਪਹਿਲਾਂ, ਦਰਅਸਲ ਇੱਥੇ ਝੰਡਾ ਬਰਾਬਰ ਕੱਢਾਂਗੇ ਲਿਖਿਆ ਸੀ। ਅੱਛਾ। ਮੈਨੂੰ ਫਿਰ ਬੁਰਾ ਲੱਗਿਆ ਵੀ ਝੰਡੇ ਤਾਂ ਇਹ ਤਾਂ ਗਲਤ ਹੋ ਜਾਊਗਾ। ਹਾਂ, ਕਿਸੇ ਵੀ ਪਾਸੇ ਨੂੰ ਗੱਲ ਤੁਰ ਜਾਣੀ ਆ, ਕਿਸੇ ਵੀ ਪਾਸੇ ਨੂੰ ਹੋ ਜਾਏ ਤਾਂ ਠੀਕ ਨਹੀਂ ਲੱਗੂਗਾ ਗਾਣਾ। ਉਸ ਤੋਂ ਬਾਅਦ ਮੈਂ ਇਹਨੂੰ ਫਿਰ ਉਸੇ ਦਿਨ ਦੀ ਗੱਲ ਹੀ ਹੈ। ਤੁਹਾਨੂੰ ਰੈਲੀਆਂ 'ਚ ਬਹੁਤ ਲੋਕਾਂ ਨੇ ਲਿਜਾਣਾ ਸੀ। ਆ ਦੇਖੋ ਝੰਡਾ ਬਰਾਬਰ ਕੱਢਾਂਗੇ। ਹੁਣ ਕਿਹੜਾ ਲਿਜਾਣਾ ਹੱਟਦੇ। ਮੈਂ ਧੰਨਵਾਦੀ ਹਾਂ ਮੇਰੇ ਸਰੋਤਿਆਂ ਦਾ, ਬਹੁਤ ਮਿਹਰਬਾਨੀ। ਉਸ ਤੋਂ ਬਾਅਦ ਮੈਂ ਇੱਥੇ ਬੰਜ ਲਿਆਂਦਾ। ਬੰਜ ਇੰਨਾ ਕੁ ਜੱਚ ਗਿਆ ਨਾ ਇਹਦੇ 'ਚ, ਮੇਰਾ ਹੇਰਾ ਬਦਨਾ। ਹੁਣ ਮੈਂ ਪੇਸ਼ ਕਰ ਲੱਗਾ ਜੀ। ਮੋਹ ਤੋੜ ਲਿਆ ਹਾਏ ਨੀ ਮੁਖ ਮੋੜ ਲਿਆ, ਮੋਹ ਤੋੜ ਲਿਆ ਹਾਏ ਨੀ ਮੁਖ ਮੋੜ ਲਿਆ। ਉਹ ਸਾਨੂੰ ਛੱਡ ਅਲੜੇ ਬੇਕਦਰੇ ਯਾਰਾਂ ਨਾਲ ਨਾਤਾ ਜੋੜ ਲਿਆ, ਸਾਨੂੰ ਛੱਡ ਅਲੜੇ ਬੇਕਦਰੇ ਯਾਰਾਂ ਨਾਲ ਨਾਤਾ ਜੋੜ ਲਿਆ। ਹੁਣ ਤੇਰੀ ਜ਼ਿੱਦ ਨਾਲ ਦੇਖੀ ਅਸੀਂ ਕੀ, ਤੇਰੀ ਜ਼ਿੱਦ ਨਾਲ ਦੇਖੀ ਅਸੀਂ ਕੀ, ਕੰਡੇ ਕੱਢਾਂਗੇ ਨੀ ਕੰਡੇ ਕੱਢਾਂਗੇ। ਤੂੰ ਜੋ ਵੀ ਕਰਨਾ ਕਰ ਲੈ ਨੀ ਵੰਜ ਬਰਾਬਰ ਕੱਢਾਂਗੇ। ਵਾਹ, ਬਹੁਤ ਫਿਰ ਭਾਈ ਜੀ ਅਗਲੀ ਗੱਲ ਤੁਸੀਂ ਹੋਰ ਬੜੀ ਖਤਰਨਾਕ ਲਿਖਤੀ ਜੀ। ਤੇਥੋਂ ਪੱਟ ਕੇ ਕੋਈ ਸੋਹਣੀ ਜੀ ਮਨਮੋਹਣੀ, ਪਹਿਲਾਂ ਹੀ ਅੰਤਰ ਹੈ। ਤੇਥੋਂ ਪੱਟ ਕੇ ਕੋਈ ਸੋਹਣੀ ਜਿਹੀ ਮਨਮੋਹਣੀ ਜਿਹੀ ਜਿੰਦ ਨਾਲ ਲਿਖਵਾ ਦਿਆਂਗੇ ਨੀ, ਤੇਥੋਂ ਪੱਟ ਕੇ ਕੋਈ ਸੋਹਣੀ ਜਿਹੀ ਮਨਮੋਹਣੀ ਜਿਹੀ ਜਿੰਦ ਨਾਲ ਲਿਖਵਾ ਦਿਆਂਗੇ। ਤੇਰੇ ਨਵੇਂ ਸਹੇੜੇ ਯਾਰਾਂ ਦੇ ਦਿਲਦਾਰਾਂ ਦੇ ਵਿੱਚ ਭੜਤੂ ਪਾ ਦਿਆਂਗੇ। ਸੱਟ ਤਾਂ ਮੁੰਡੇ ਦੀ ਵੀ ਕਾਲਜੇ ਤੇ ਮਾਰੀ ਹੋਈ ਨੇ, ਅੱਖਾਂ ਬਦਲੀਆਂ ਹੋਈਆਂ ਅਗਲੇ ਨੇ, ਅਗਲੀ ਨੇ ਤਾਂ ਬੁੜ ਕੇ ਆ ਗਿਆ ਡੱਡੂ ਵਾਂਗੂ ਮਾਰੀ ਛਾਲ ਉਹਨੇ। ਫਿਰ ਆਪਣੇ ਕਹਿੰਦਾ ਤੈਨੂੰ ਪੱਟ ਕੇ ਕੋਈ ਸੋਹਣੀ ਜਿਹੀ ਮਨਮੋਹਣੀ ਜਿਹੀ ਜਿੰਦ ਨਾਲ ਲਿਖਵਾ ਦਿਆਂਗੇ। ਤੇਰੇ ਨਵੇਂ ਸਹੇੜੇ ਯਾਰਾਂ ਦੇ ਦਿਲਦਾਰਾਂ ਦੇ ਵਿੱਚ ਭੜਤੂ ਪਾ ਦਿਆਂਗੇ। ਤੇਰੇ ਨਵੇਂ ਸਹੇੜੇ ਯਾਰਾਂ ਦੇ ਦਿਲਦਾਰਾਂ ਦੇ ਵਿੱਚ ਭੜਤੂ ਪਾ ਦਿਆਂਗੇ। ਕੋਈ ਖੇਡ ਕੇ ਢੰਗ ਪਿਆਰਾਂ ਦਾ, ਕੋਈ ਖੇਡ ਕੇ ਢੰਗ ਪਿਆਰਾਂ ਦਾ, ਹਿੱਕ ਸਾੜ ਕੇ ਛੱਡਾਂਗੇ ਹਾਏ ਸਾੜ ਕੇ ਛੱਡਾਂਗੇ। ਤੂੰ ਜੋ ਵੀ ਕਰਨਾ ਕਰ ਲੈ ਨੀ ਵੰਜ ਬਰਾਬਰ ਕੱਢਾਂਗੇ। ਇਹ ਬਹੁਤ ਹੀ ਤਪੇ ਹੋਏ ਆਸ਼ਿਕ ਦੀ ਕਹਾਣੀ। ਬਾਹਰ ਦਾ ਗਾਉਣ ਦਾ ਵੀ ਨਜ਼ਾਰਾ ਆ ਜਾਂਦਾ, ਜਿਹੜੇ ਸੁਣਦੇ ਆ ਉਹ ਵੀ ਤਾਂ ਫੁੱਟਦੇ ਆ। ਭਾਈ ਜੀ ਜਿਹੜਾ ਤੁਹਾਡੇ ਨਾ ਕੋਰਸ ਆ, ਮਗਰ ਮੈਨੂੰ ਤਾਂ ਕੋਰਸ ਵੀ ਹੈ ਡਿਨ 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 ਹਾਏ ਹਾਏ ਹਾਏ। ਹਾਂਜੀ ਆ ਵੀ ਹੈਗਾ। ਆ ਦੇਖੋ ਮੇਰੀ ਗੱਲ ਸੱਚੀ ਸੀ ਨਾ ਵੀ ਇਹ ਦੇ ਲੋ ਇੱਕ ਇੱਕ ਚੀਜ਼ ਇਸ ਗੀਤ ਬਾਰੇ ਅੱਗੇ ਪਿੱਛੇ ਵਾਈ ਦਾ ਦਿਨ ਦਾ ਨਾ ਐਵੇਂ ਕਰਦੇ ਉਹ ਸਾਡੇ ਗੁਰੂ ਦੀ ਵੀ ਗਿਣਤੀ ਕਰਤੀ। ਜੱਜ ਦਾ ਵਿਚਾਰ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਆ ਟਾਣਾ ਸਾਹਿਬ। ਨਹੀਂ ਇਹ ਤੁਸੀਂ ਕਰੋ, ਅੱਜ ਮੈਂ ਸਿਰਫ ਤੁਹਾਡੇ ਚਿਹਰੇ ਦੀ ਰੌਣਕ ਵੇਖ ਕੇ ਸੱਚੀ ਸਰਸ਼ਾਰ ਹਾਂ। ਕਿਉਂਕਿ ਅੱਜ ਤੱਕ ਇਹ ਚੱਜ ਦੇ ਵਿਚਾਰ ਦੇ ਇਤਿਹਾਸ ਦੇ ਵਿੱਚ ਮੈਂ ਇਹ ਨਹੀਂ ਕਹਿੰਦੀ ਵੀ ਪਹਿਲਾਂ ਕੋਈ ਘੱਟ ਸੀ ਜਾਂ ਵੱਧ ਸੀ ਜਾਂ ਕਿਵੇਂ ਸੀ, ਪਰ ਇਹ ਵਾਲੀ ਰੌਣਕ ਇੰਨੀ ਜ਼ਿਆਦਾ ਸਮੇਂ ਦੇ ਲਈ ਮੈਂ ਨਹੀਂ ਵੇਖੀ ਕਦੇ। ਨਹੀਂ ਨਹੀਂ ਬਿਲਕੁਲ ਜੀ। ਦੇਖੋ ਆਪਾਂ ਤਾਂ ਮੁੱਢ ਦੇ ਵਿੱਚ ਹੀ ਗੱਲ ਕਹਿਤੀ ਆ ਜੀ ਵੀ ਜਿਹੜੇ ਕਲਾਕਾਰ ਨੂੰ ਬਹੁਤ ਸੁਣਿਆ ਹੋਵੇ ਤੇ ਬੰਦਾ ਉਹਨੂੰ ਸੁਣਨਾ ਚਾਹੁੰਦਾ, ਉਹਦੇ ਕੋਲੇ ਬਹਿ ਕੇ ਸਵਾਲ ਕਰਨੇ ਚਾਹੁੰਦਾ ਜੀ। ਤੇ ਇਹ ਬਾਈ ਜੀ ਸਾਡਾ ਸਤਿਕਾਰ ਕਰਦੇ, ਸਾਡੀ ਗੱਲਬਾਤ ਗਾਹੇ ਬਗਾਹੇ ਹੁੰਦੀ ਰਹਿੰਦੀ ਆ ਤੇ ਬੜੇ ਚੰਗੇ ਲੱਗਦੇ ਆ। ਇਹਨਾਂ ਦੀ ਊਰਜਾ ਨਾ ਜਿਹੜੀ
ਇਹਨਾਂ ਦਾ ਜਿਹੜਾ ਸੁਰ ਦੇ ਵਿੱਚ ਗਾਉਣਾ, ਉੱਚੀ ਸੁਰ ਦੇ ਵਿੱਚ ਗਾਉਣਾ, ਤੇ ਇਹਨਾਂ ਦਾ ਬਠਿੰਡੇ ਵਾਲੀ ਠੇਠਤਾ ਦੇ ਵਿੱਚ ਗਾਉਣਾ, ਉਹ ਚੰਗਾ ਲੱਗਦਾ ਜੀ। ਕਈ ਵਾਰ ਦੁਆਬੇ ਦੇ ਵਿੱਚ ਉਹਨਾਂ ਸ਼ਬਦਾਂ ਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ, ਕਿਉਂਕਿ ਭਾਸ਼ਾਈ ਠੇਠਤਾ ਦਾ ਵੀ ਫਰਕ ਹੈ ਕਿ ਨਹੀਂ ਬਾਈ ਜੀ? ਬਿਲਕੁਲ ਬਿਲਕੁਲ। ਅੱਛਾ, ਆਪਾਂ ਵੀਰ ਜੀ ਮੈਂ ਤੁਹਾਡੇ ਤੋਂ ਨਾ ਵੈਸੇ ਇੱਕ ਚੀਜ਼ ਜ਼ਰੂਰ ਜਾਣਨਾ ਚਾਹੁੰਦੀ ਆ, ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਦਾਰੂ ਤਾਂ ਚਲੋ ਛੱਡ ਦਿੱਤੀ, ਉਸ ਤੋਂ ਬਾਅਦ ਹੌਲੀ ਹੌਲੀ ਜ਼ਿੰਦਗੀ ਲੀਹ ਤੇ ਆਈ ਹੈ, ਤੇ ਇਹ ਜ਼ਿੰਦਗੀ ਲੀਹ ਦੇ ਉੱਪਰ ਲੈ ਕੇ ਆਉਣੀ ਕਿੰਨੀ ਕੁ ਔਖੀ ਸੀ? ਕਿਉਂਕਿ ਇੱਕ ਵਾਰ ਸ਼ੁਰੂਆਤ ਕਰਨੀ ਤੇ ਉਸ ਤੋਂ ਬਾਅਦ ਸ਼ਾਂਤ ਹੋਣ ਤੋਂ ਬਾਅਦ ਦੁਬਾਰਾ ਸ਼ੁਰੂਆਤ ਕਰਨੀ, ਦੋਵਾਂ 'ਚ ਫਰਕ ਹੁੰਦਾ। ਦੇਖੋ ਜੀ, ਰੱਬ ਮਾਫ ਕਰੇ, ਇਹ ਮੈਂ ਬਹੁਤ ਸੱਜਣਾ ਤੋਂ ਸੁਣਿਆ ਗੱਲ ਵੀ ਕਲਾਕਾਰ ਜਦੋਂ ਇੱਕ ਵਾਰੀ ਡਿੱਗ ਪੈਂਦਾ ਨਾ, ਉਹਨੂੰ ਉੱਠਣ ਦਾ ਮੁੜ ਕੇ ਚਾਂਸ ਬਿਲਕੁਲ ਸਹੀ ਹੈ, ਬਿਲਕੁਲ ਸਹੀ, ਬਹੁਤ ਘੱਟ ਉਦਾਹਰਨ, ਬਹੁਤ ਘੱਟ ਉਦਾਹਰਨ ਹੈ। ਮੈਨੂੰ ਇੰਨੀ ਕੁ ਵਧਾਈ ਇਹ ਮਿਲੀ ਵੀ ਯਾਰ ਕੁਝ ਕੁ ਸੱਜਣਾ ਦੇ ਮੈਨੂੰ ਫੋਨ ਤੇ ਹਸਾਇਆ ਵੀ ਯਾਰ ਤੂੰ ਤਾਂ ਪੁੱਠੀ ਮੋਹਰ ਲਾਤੀ ਲਾਭ ਹੀ ਰਿਹਾ। ਕਿਵੇਂ ਬਾਈ? ਜੇ ਮੈਂ ਪੁੱਛਣਾ ਵੀ ਕਿਵੇਂ ਬਾਈ, ਹੋਰ ਯਾਰ ਕਲਾਕਾਰ ਡਿੱਗ ਕੇ ਉੱਠਦਾ ਨਹੀਂ ਹੁੰਦਾ, ਤੁਸੀਂ ਤਾਂ ਕਮਾਲਾਂ ਹੀ ਕਰਤੀਆਂ। ਮੈਂ ਕਾਹਨੂੰ ਕਮਾਲਾਂ ਕੀਤੀਆਂ? ਕਮਾਲਾਂ ਕੀਤੀਆਂ ਉਸ ਪਰਮਾਤਮਾ ਨੇ। ਮੇਰੀ ਹਲੇ ਸੇਵਾ ਰਹਿੰਦੀ ਸੀਗੀ ਜਿਹੜੀ ਮੈਂ ਕਰਨੀ ਸੀ, ਨਹੀਂ ਮੇਰੇ ਵਰਗੇ ਪਤਾ ਨਹੀਂ ਹਜ਼ਾਰਾਂ ਹੀ ਤੁਰ ਗਏ ਇੱਥੋਂ। ਐਡੇ ਐਡੇ ਮਹਾਨ ਕਲਾਕਾਰ ਜਿਨ੍ਹਾਂ ਦਾ ਆਪਾਂ ਕਦੇ ਸੋਚ ਵੀ ਨਹੀਂ ਸਕਦੇ, ਉਹ ਵੀ ਚਲੇ ਗਏ ਛੋਟੀ ਉਮਰ 'ਚ ਹੀ। ਦੁੱਖ ਹੈ ਉਹਨਾਂ ਦੇ, ਮੈਨੂੰ ਬਹੁਤ ਦੁੱਖ ਹੈ। ਤੇ ਰਲ ਜਾਣਾ ਸੀ ਉਹਨਾਂ ਰਾਹੀਆਂ ਦੇ ਮੈਂ ਵੀ ਨਾਲ ਹੀ, ਜੇ ਮਾਲਕ ਨਾ ਬਖਸ਼ਿਸ਼ ਕਰਦਾ ਤਾਂ। ਇਹ ਸਰੋਤਿਆਂ ਦੀਆਂ ਦੁਆਵਾਂ ਬਹੁਤ ਮੇਰੇ ਲਈ, ਮੇਰੇ ਸੱਜਣਾ ਨੇ ਸਰੋਤਿਆਂ ਨੇ ਬਹੁਤ ਦੁਆਵਾਂ ਕੀਤੀਆਂ, ਇੱਥੋਂ ਤੱਕ ਕਿ ਮੈਨੂੰ ਇਧਰਲੀ ਸਾਈਡ ਤੋਂ, ਫਿਰੋਜ਼ਪੁਰ ਸਾਈਡ ਸ਼ਾਇਦ ਫਰੀਦਕੋਟ ਤੋਂ, ਮੈਨੂੰ ਇੱਕ ਕਾਲ ਵੀ ਆਈ ਵੀ ਤੁਹਾਡੇ ਵਾਸਤੇ ਅਸੀਂ ਅਖੰਡ ਪਾਠ ਕਰਾਇਆ ਜੀ। ਵਾਹ, ਤੇ ਕੀ ਬਾਤ ਹੈ। ਹਾਂ ਵੀ ਜੇ ਤੁਸੀਂ ਆ ਸਕਦੇ, ਜੇ ਤੁਸੀਂ ਠੀਕ ਹੋ ਤਾਂ ਤੁਸੀਂ ਆਇਓ। ਪਰ ਮੈਂ ਉਦੋਂ ਠੀਕ ਨਹੀਂ ਸੀ ਤੇ ਮੈਂ ਕਾਫੀ ਬਿਮਾਰ ਵੀ ਹੋ ਗਿਆ ਸੀ ਤੇ ਇਲਾਜ ਕਰਵਾਇਆ ਐਵੇਂ ਕਹਿੰਦੇ ਤੁਹਾਨੂੰ। ਫਿਰ ਮੇਰੀ ਸਿਹਤ ਬਣੀ। ਰੋਟੀ ਤਾਂ ਮੈਂ ਖਾਂਦਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ, ਮੈਂ ਤੁਹਾਨੂੰ ਤਾਂ ਖੈਰ ਮਾਫ ਕਰਨਾ ਦੱਸ ਹੀ ਰਿਹਾ ਮੈਂ, ਕੀ ਪਤਾ ਨਾਲ ਦਿਆਂ ਨੂੰ ਪਤਾ ਜਾਂ ਮੇਰੇ ਬੱਚਿਆਂ ਨੂੰ ਘਰਦਿਆਂ ਨੂੰ ਪਤਾ ਸੀ ਵੀ ਮੈਂ ਬਹੁਤ ਘੱਟ ਰੋਟੀ ਖਾਂਦਾ ਸੀ। ਮਸਾਂ ਸਿਹਤ ਸੈੱਟ ਕੀਤੀ, ਬਹੁਤ ਚੰਗੀ ਗੱਲ। ਫਿਰ ਬੰਜ ਨੂੰ ਫੇਰ ਲਾ ਕੇ ਤੇਲ ਕੀਤਾ ਉਸੇ ਤਰ੍ਹਾਂ। ਬਹੁਤ ਹਾਂ, ਬਹੁਤ ਬਖਸ਼ਿਸ਼ ਹੋਈ ਬਾਈ ਜੀ। ਫਿਰ ਤੁਸੀਂ ਇੱਕ ਵਾਰੀ ਗੀਤ ਗਾਇਆ, ਖੋਟੇ ਪੈਸੇ ਹੀ ਸਮਝ ਕੇ ਚੱਕ ਲਾ, ਕਿਸੇ ਕੰਮ ਆ ਜਾਣਗੇ ਜੀ। ਸਾਰੇ ਤੇਰੇ ਰਾਹਾਂ ਵਿੱਚੋਂ ਚੁਗੇ ਅਸੀਂ ਕੰਡੇ ਨਹੀਂ, ਵੇ ਕਰ ਕਹਿ ਕੇ ਤਾਂ ਵੀ ਲੋਕਾਂ ਵਿੱਚ ਭੰਡੇ ਨਹੀਂ, ਜਿਹੜਾ ਥੁੱਕਿਆ ਮਿੱਟੀ 'ਚ ਉਹ ਚੱਟਲਾ ਦੀ ਕਿਸੇ ਕੰਮ ਆ ਜਾਣਗੇ, ਖੋਟੇ ਪੈਸੇ ਹੀ ਸਮਝ ਕੇ ਚੱਕ ਲਾ ਬਈ ਕਿਸੇ ਕੰਮ ਆ ਜਾਣਗੇ। ਬਿਲਕੁਲ ਬਿਲਕੁਲ, ਇਹਦੇ ਵੀ ਬੋਲ ਹੋ ਜਾਣ। ਮੰਨ ਗਏ ਟੇਣਾ ਸਾਹਿਬ ਤੋਂ। ਕੀ ਬਾਤ ਹੈ। ਉਹਨਾਂ ਨਖਰਾ ਤਾਂ ਕਲਾਕਾਰ ਨਹੀਂ ਕਰਦੇ ਹੋਣਗੇ ਜਿੰਨਾ ਤੁਸੀਂ ਸਟਾਈਲ ਉਹਨਾਂ ਦਾ ਕਰਕੇ ਦਿਖਾਉਂਦੇ। ਵੈਸੇ ਚੰਗੀ ਗੱਲ ਹੈ, ਤੁਸੀਂ ਇਹ ਊਰਜਾ ਬਖਸ਼ਦੇ ਹੋ ਆਰਟਿਸਟਾਂ ਨੂੰ, ਬਹੁਤ ਮਿਹਰਬਾਨੀ। ਇਹਦੇ ਬੋਲ ਸੀਗੇ ਜੀ। ਇਹ ਸਾਡੇ ਬੜੇ ਸਤਿਕਾਰਯੋਗ ਵੀਰ, ਵੈਸੇ ਮਿਲਟਰੀ ਦੇ ਵਿੱਚ ਉਹਨਾਂ ਨੇ ਸੇਵਾ ਵੀ ਕੀਤੀ ਹੈ, ਫੌਜੀ ਵੀਰ ਹੈ ਸਾਡਾ ਅਮਰੀਕ ਬੋਹਾ ਜੀ, ਉਹਨਾਂ ਦਾ ਲਿਖਿਆ ਹੈ ਗਾਣਾ। ਉਹਦੇ ਮੈਂ ਦੋ ਬੋਲ ਸਾਂਝੇ ਕਰਦਾ, ਤੁਸੀਂ ਫਰਮਾਇਸ਼ ਕੀਤੀ ਹੈ ਧੰਨਵਾਦ। ਤੇ ਹੋ ਸਾਡੇ ਉੱਤੇ ਕਿਹੜੀ ਗੱਲੋਂ ਕਹਿਰ ਤੂੰ ਕਮਾਇਆ, ਨੀ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਵਗਾਇਆ। ਹਾਏ ਸਾਡੇ ਉੱਤੇ ਕਿਹੜੀ ਗੱਲੋਂ ਕਹਿਰ ਤੂੰ ਕਮਾਇਆ, ਨੀ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਵਗਾਇਆ। ਉਸੇ ਪਿਆਰ ਦੀ ਨਿਗਾਹ ਦੇ ਨਾਲ ਤੱਕ ਲੈ, ਪਿਆਰ ਦੀ ਨਿਗਾਹ ਦੇ ਨਾਲ ਤੱਕ ਲੈ, ਨੀ ਦੁੱਖੜੇ ਭੁਲਾ ਜਾਵਾਂਗੇ। ਖੋਟੇ ਪੈਸੇ ਹੀ ਸਮਝ ਕੇ ਚੱਕ ਲੈ, ਨੀ ਕਿਤੇ ਕੰਮ ਆ ਜਾਗੇ। ਖੋਟੇ ਪੈਸੇ ਹੀ ਸਮਝ ਕੇ ਚੱਕ ਲੈ, ਨੀ ਕਿਤੇ ਕੰਮ ਆ ਜਾਗੇ। ਵਾਹ, ਕੀ ਬਾਤ ਹੈ, ਬਹੁਤ ਖੂਬ। ਸਾਰੇ ਤੇਰੇ ਰਾਹਾਂ ਵਿੱਚੋਂ ਚੁਗੇ ਅਸੀਂ ਕੰਡੇ ਨਹੀਂ, ਬੇਕਾਰ ਕਹਿ ਕੇ ਤਾਂ ਵੀ ਦੁਨੀਆ 'ਚ ਭੰਡੇ ਨਹੀਂ। ਹੋ ਸਾਰੇ ਤੇਰੇ ਰਾਹਾਂ ਵਿੱਚੋਂ ਚੁਗੇ ਅਸੀਂ ਕੰਡੇ ਨਹੀਂ, ਤੂੰ ਬੇਕਾਰ ਕਹਿ ਕੇ ਤਾਂ ਵੀ ਦੁਨੀਆ 'ਚ ਭੰਡੇ ਨਹੀਂ। ਮਾੜੀ ਮੋਟੀ ਰਹਿੰਦੀ ਇੱਜ਼ਤ ਹੀ ਰੱਖ ਲੈ ਮਿਹਰਬਾਨ ਨੇ, ਮਾੜੀ ਮੋਟੀ ਰਹਿੰਦੀ ਇੱਜ਼ਤ ਹੀ ਰੱਖ ਲੈ, ਲੋਕਾਂ 'ਚ ਪੂਰੀ ਪਾ ਜਾਗੇ। ਖੋਟੇ ਪੈਸੇ ਹੀ ਸਮਝ ਕੇ ਚੱਕ ਲੈ, ਨੀ ਕਿਤੇ ਕੰਮ ਆ ਜਾਗੇ। ਵਾਹ ਵਾਹ, ਬਹੁਤ ਖੂਬ। ਬਾਈ ਜੀ, ਤੁਹਾਨੂੰ ਲੋਕ ਤੱਥਾਂ ਦੇ ਗਾਇਕ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਜੀ। ਤੁਸੀਂ ਰੱਜ ਕੇ ਨਿੱਠ ਕੇ ਲੋਕ ਤੱਥ ਗਾਏ ਆ, ਹੁਣ ਵੀ ਤੁਹਾਡੇ ਲੋਕ ਤੱਥ ਹੀ ਆ ਰਹੇ ਆ, ਭਾਵੇਂ ਉਹ ਗੱਲ ਹੋਵੇ ਕਿਸਾਨ ਦੀ, ਜੱਟ ਦੀ ਗੱਲ ਹੋਵੇ, ਜਾਂ ਕਿਸੇ ਵੀ ਹੋਰ ਪੇਂਡੂ ਵਾਰਤਾਲਾਪ ਦੇ ਵਿੱਚ ਜੋ ਕੁਝ ਵੀ ਅਸੀਂ ਵਰਤਦੇ ਆ। ਇਹ ਲੋਕ ਤੱਥ ਹੀ ਤੁਹਾਡੇ ਚੇਤੇ ਦੇ ਵਿੱਚ ਸਭ ਤੋਂ ਵੱਧ ਕਿਉਂ ਗੂੰਜਦੇ ਆ? ਵੀ ਤੁਸੀਂ ਜੋ ਕੁਝ ਆਲੇ ਦੁਆਲੇ ਹੁੰਦਾ ਵਾਪਰਦਾ ਉਹਨੂੰ ਗ੍ਰਹਿਣ ਕਰ ਲੈਂਦੇ ਹੋ, ਉਹਨੂੰ ਕਾਗਜ਼ ਦੀ ਹਿੱਕ ਦੇ ਉੱਤੇ ਝਰੀਟਦੇ ਆ, ਜਾਂ ਤੁਸੀਂ ਇਹ ਤਹਈਆ ਹੀ ਕੀਤਾ ਹੋਇਆ ਕਿ ਆਪਾਂ ਲੋਕ ਤੱਥ ਨੁਮਾ ਗੀਤ ਹੀ ਪੇਸ਼ ਕਰਨੇ ਆ?
ਲੋਕ ਤੱਥ ਨਾ ਇੱਕ ਜਿਨ੍ਹਾਂ ਨੇ ਵੀ ਸਿੰਗਰਾਂ ਨੇ ਗਾਇਆ ਹੈ, ਸਾਡੇ ਬੜੇ ਮਹਾਨ ਕਲਾਕਾਰ ਮਰਹੂਮ ਜਨਾਬ ਕੁਲਦੀਪ ਮਾਨਕ ਸਾਹਿਬ, ਉਹਨਾਂ ਨੇ ਬਹੁਤ ਲੋਕ ਤੱਥ ਗਾਏ ਹੈ। ਜ਼ਿਆਦਾਤਰ ਲੋਕ ਗਥਾਵਾਂ ਗਾਈਆਂ ਉਹਨਾਂ ਨੇ, ਕਲੀਆਂ। ਇਹ ਮੈਂ ਸਮਝਦਾ, ਬਾਕੀ ਮੈਂ ਇਹ ਨਹੀਂ ਇਹ ਗੱਲ ਕਹਿੰਦਾ ਵੀ ਜਿਹੜੀ ਹੋਰ ਗਾਇਕੀ ਆ ਵੀ ਥੋਤੀ ਹੁੰਦੀ ਹੈ ਜਾਂ ਕਿਸੇ ਗੱਲ ਤੋਂ ਕੱਚੀ ਪਿੱਲੀ ਹੁੰਦੀ ਹੈ। ਲੋਕ ਤੱਥ ਹੈ ਨਾ ਜਿਹੜਾ, ਪਹਿਲੀ ਗੱਲ ਤਾਂ ਸਾਡੇ ਲੋਕਾਂ ਦੀਆਂ, ਉਹ ਸਾਡੇ ਬਜ਼ੁਰਗਾਂ ਦੀਆਂ ਬੜੀਆਂ ਸਤਿਕਾਰਯੋਗ ਗੱਲਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਨਿਭਾਉਂਦੀਆਂ, ਸਾਡੇ ਰਿਸ਼ਤੇ ਨਾਤਿਆਂ ਦੇ ਵਿੱਚ, ਸਾਡੇ ਖੇਤ ਬੰਨੇ, ਸਾਡੇ ਘਰਾਂ ਦੇ ਵਿੱਚ, ਸਾਡੀਆਂ ਸੱਥਾਂ ਦੇ ਵਿੱਚ, ਜਿੱਥੇ ਲੋਕ ਗੱਲਾਂ ਕਰਦੇ ਨੇ, ਅੱਛੀਆਂ ਗੱਲਾਂ, ਚੰਗੀਆਂ ਗੱਲਾਂ। ਲੋਕ ਤਾਂ ਬਹੁਤ ਕੁਝ ਹੋਰ ਵੀ ਗੱਲਾਂ ਕਰਦੇ ਹੋਣਗੇ, ਪਰ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੋਈ ਸਿੱਖਿਆ ਪ੍ਰਦਾਨ ਹੁੰਦੀ ਹੈ, ਉਹ ਅਸੀਂ ਪ੍ਰਵਾਨ ਵੀ ਕਰਦੇ ਹਾਂ ਵੀ ਆਹ ਗੱਲਾਂ ਸਿਆਣੇ ਕਹਿ ਗਏ ਯਾਰ, ਤੇ ਇਹ ਗੱਲ ਵਾਕਈ ਜ਼ਿੰਦਗੀ 'ਚ ਫਿਰ ਉਹ ਸੱਚ ਵੀ ਹੋ ਨਿਬੜਦੀਆਂ। ਫਲਾਣੇ ਕਲਾਕਾਰ ਨੇ ਗਾਇਆ ਸੀ ਯਾਰ, ਫਲਾਣੇ ਸ਼ਾਇਰ ਨੇ ਆਹ ਗੱਲ ਕਹੀ ਸੀ। ਜਿਵੇਂ ਬਾਬਾ ਬਾਦਸ਼ਾਹ ਦੀਆਂ ਗੱਲਾਂ ਅੱਜ ਤੱਕ ਲੋਕ ਟੋਟਕਿਆਂ ਦੇ ਵਿੱਚ ਬੋਲਦੇ ਆ। ਬਿਲਕੁਲ ਸਹੀ। ਕਿਉਂ ਬੋਲਦੇ ਆ? ਉਹ ਲੋਕ ਤੱਥ ਹੀ ਨੇ ਜ਼ਿਆਦਾਤਰ। ਲੋਕ ਤੱਥ ਗਾਉਣ ਦਾ ਅੰਦਾਜ਼ ਜਾਂ ਤਰੀਕਾ ਜਾਂ ਇਹਦੇ ਵਿੱਚੋਂ ਜਿਹੜਾ ਸਕੂਨ ਮੈਂ ਲੈਣਾ, ਮੈਂ ਦੂਸਰੇ ਗਾਣੇ ਨਾਲੋਂ ਇਹਨੂੰ ਵੱਧ ਤਰਜੀਹ ਦਿੰਦਾ। ਲੋਕ ਤੱਥਾਂ ਨੂੰ ਮੈਨੂੰ ਅੱਛੇ ਲੱਗਦੇ, ਵਾਹ, ਸੱਚੀਆਂ ਗੱਲਾਂ ਕਰਨੀਆਂ। ਤੇ ਤੁਹਾਡੀਆਂ ਇਹ ਗੱਲਾਂ ਪ੍ਰਮਾਣ ਵੀ ਚੜੀਆਂ, ਲੋਕਾਂ ਨੇ, ਮੇਰੇ ਸਰੋਤੇ ਭੈਣ ਭਰਾਵਾਂ ਨੇ ਇਹ ਪ੍ਰਵਾਨ ਕੀਤੀਆਂ ਔਰ ਮੇਰੇ ਰੋਜ਼ੀ ਰੋਟੀ ਦਾ ਵਸੀਲਾ ਵੀ ਕਰਕੇ ਦਿੱਤਾ। ਲੋਕ ਤੱਥ ਦੇ ਬੋਲ ਹੋ ਜਾਣ, ਹਨਾ, ਲੋਕ ਤੱਥ ਹੋ ਜੇ ਕੋਈ। ਲੋਕ ਤੱਥ ਕੁਝ ਬੋਲ ਐਸੇ ਵੀ ਹੁੰਦੇ ਨੇ, ਮਾਫ ਕਰਨਾ ਭੈਣ ਜੀ ਬੈਠੇ ਹੈ, ਉਹ ਕਈ ਗਾਣਿਆਂ ਦੇ ਬੋਲ ਕਰੜੇ ਸਖਤ ਥੋੜੇ ਜਿਹੇ ਹੁੰਦੇ ਆ। ਜਿਵੇਂ ਉਹ ਮੇਰਾ ਇੱਕ ਗਾਣਾ ਆਇਆ ਸੀਗਾ, ਘੁੱਟ ਅੱਖੀਆਂ ਚੋਂ ਜੀਨੇ ਕਿਹੜਾ ਭਰ ਲਈ, ਘੁੱਟ ਅੱਖੀਆਂ ਚੋਂ ਜੀਨੇ ਕਿਹੜਾ ਭਰ ਲਈ, ਉਹ ਪੀਂਦਾ ਨਹੀਂ ਉਹ ਠੇਕਿਆਂ ਦੀ, ਵਸੂ ਸਹੁਰਿਆਂ ਦੇ ਘਰ ਕਿੱਥੋਂ ਤੀਵੀਂ ਜੋ ਚੱਸ ਘਰੇ ਪੇਕਿਆਂ ਦੀ। ਇਹੋ ਜਿਹੇ ਇਹ ਗਾਣੇ ਠੋਕ ਠੋਕ ਕੇ ਗਾਉਣ ਦਾ ਇਹਨਾਂ ਨੂੰ ਸਵਾਦ ਹੀ ਵੱਖਰਾ। ਬਿਲਕੁਲ, ਹਾਂ। ਐਸੇ ਇਹ ਥੋੜਾ ਜਿਹਾ ਹੋਰ ਇਹਨੂੰ ਲੰਮਾ ਕਰ ਦਿਓ ਗਾਣੇ ਨੂੰ, ਇਹਨੂੰ ਸਵਾਦ ਜਾਉਣ ਲੱਗਾ ਸੀ। ਜਿਹੜੀ ਫਿਰਦੀ ਐ ਸਦਾ ਕੋਲੇ ਕੱਚ ਦੀ, ਕੰਧਾਂ 'ਚ ਮਾਰੇ ਗੋਡੇ ਕੂਣੀਆਂ, ਕਿੱਥੋਂ ਬੈਠ ਦਰਵਾਜ਼ੇ ਵਿੱਚ ਕੱਤ ਦੂ ਉਹ ਰੂੰਦੀਆਂ ਸਿਰ ਪੂਣੀਆਂ, ਕਿੱਥੋਂ ਬਹਿ ਕੇ ਦਰਵਾਜ਼ੇ ਵਿੱਚ ਕੱਤ ਦੂ ਉਹ ਰੂੰਦੀਆਂ ਸਿਰ ਪੂਣੀਆਂ, ਖਾਣਾ ਕਰੂਗੀ ਖਰਾਬ ਖਾਨਦਾਨ ਦਾ, ਖਾਣਾ ਕਰੂਗੀ ਖਰਾਬ ਖਾਨਦਾਨ ਦਾ, ਇਹ ਗੱਲ ਨਹੀਂ ਭੁਲੇਖਿਆਂ ਦੀ, ਵਸੂ ਸਹੁਰਿਆਂ ਦੇ ਘਰ ਕਿੱਥੋਂ ਤੀਵੀਂ ਜੋ ਚੱਸ ਘਰੇ ਪੇਕਿਆਂ ਦੀ, ਜਿਹਨੇ ਫੂਕ ਕੇ ਕਮਾਈ ਝੂਟਾ ਲੈ ਲਿਆ, ਓਏ ਕਿਸੇ ਓਪਰੀ ਚੰਡੋਲ ਦਾ, ਘਰ ਵਾਲੀ ਨਾਲ ਫੇਰ ਸਾਰੀ ਜ਼ਿੰਦਗੀ ਬੰਦਾ ਨਹੀਂ ਸਿੱਧੇ ਮੂੰਹ ਬੋਲਦਾ, ਘਰ ਵਾਲੀ ਨਾਲ ਫੇਰ ਸਾਰੀ ਜ਼ਿੰਦਗੀ ਬੰਦਾ ਨਹੀਂ ਸਿੱਧੇ ਮੂੰਹ ਬੋਲਦਾ, ਹੱਡੀ ਰਚ ਗਈ ਜਿਹਦੇ ਕਲਾਕਾਰੀ ਇਹ ਇਸ਼ਕ ਦੇ ਪੇਚਿਆਂ ਦੀ, ਵਸੂ ਸਹੁਰਿਆਂ ਦੇ ਘਰ ਕਿੱਥੋਂ ਤੀਵੀਂ ਜੋ ਚੱਸ ਘਰੇ ਪੇਕਿਆਂ ਦੀ। ਰੱਬ ਬਖਸ਼ੇ ਅਣਖ ਤੇ ਇੱਜ਼ਤਾਂ, ਸਬਰ ਇਸ ਜ਼ਿੰਦਗੀ ਨੂੰ, ਲਾਭ ਹੀਰਿਆ ਪੱਲੇ ਨਾ ਉਹ ਪਾਵੇ, ਐਸੀ ਸ਼ਰਮਿੰਦਗੀ ਨੂੰ ਚੇਲਾ ਨਿੰਦ ਕੇ ਗੁਰੂ ਨੂੰ ਖੱਟੀ ਖੱਟੂ ਕੀ ਪੈਣੀ ਮੱਥੇ ਟੇਕਿਆਂ ਦੀ, ਵਸੂ ਸਹੁਰਿਆਂ ਦੇ ਘਰ ਕਿੱਥੋਂ ਤੀਵੀਂ ਜੋ ਚੱਸ ਘਰੇ ਪੇਕਿਆਂ ਦੀ। ਵਾਹ, ਬਹੁਤ ਖੂਬ, ਕੀ ਬਾਤ ਹੈ, ਬਹੁਤ ਵਧੀਆ। ਇਹ ਗੀਤ ਤੁਸੀਂ ਤੁਹਾਡਾ ਹੀ ਲਿਖਿਆ ਹੋਇਆ? ਬਿਲਕੁਲ। ਪਰ ਗੱਲ ਇਹ ਹੈ, ਮੈਂ ਇੱਕ ਚੀਜ਼ ਜਿਹੜੀ ਹੈ ਨੋਟ ਕਰ ਰਹੀ ਸੀ, ਕਹਿ ਲੋ ਕਿ ਹਰ ਗੀਤ ਜਿਹੜਾ ਹੈ ਕਿਤੇ ਨਾ ਕਿਤੇ, ਕੱਲੀ ਮੈਂ ਤੁਹਾਡੀ ਗੱਲ ਨਹੀਂ ਕਰਦੀ, ਹੋਰ ਵੀ ਜੇ ਬਾਕੀ ਗਾਇਕਾਂ ਦੀ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਗੀਤ ਨੇ ਇੱਕ ਔਰਤ ਨੂੰ ਮੁੱਖ ਰੱਖ ਕੇ ਕਿ ਉਹ ਏਦਾਂ ਹੁੰਦੀ ਹੈ, ਉਹ ਏਦਾਂ ਹੁੰਦੀ ਹੈ, ਉਹ ਏਦਾਂ ਹੁੰਦੀ ਹੈ, ਮਤਲਬ ਜ਼ਿਆਦਾਤਰ ਉਹਦਾ ਜਿਹੜਾ ਇੱਕ ਨੈਗੇਟਿਵ ਪੱਖ ਹੈ, ਜਿਹੜਾ ਨਕਾਰਾਤਮਕ ਪੱਖ ਹੈ, ਉਹੀ ਗੀਤਾਂ ਦੇ ਵਿੱਚ ਦਿਖਾਇਆ ਜਾਂਦਾ ਹੈ। ਤੁਸੀਂ ਕੀ ਕਾਰਨ ਮੰਨਦੇ ਹੋ ਕਿ ਇਹਦੇ ਪਿੱਛੇ ਭੇਡ ਚਾਲ ਹੀ ਹੈ ਸਿਰਫ, ਜਾਂ ਕੋਈ ਹੋਰ ਕਾਰਨ ਹੈ? ਦੇਖੋ ਜੀ, ਮੈਂ ਨਾ ਇਹ ਗੱਲ ਕਾਫੀ ਵਾਰ ਮੈਂ ਸੱਜਣਾ 'ਚ ਮੇਰੀ ਗੱਲ ਹੁੰਦੀ ਹੈ, ਮੈਂ ਸਤਿਕਾਰਯੋਗ ਬੜਾ ਤੁਹਾਨੂੰ ਇੱਕ ਨਾਮ ਯਾਦ ਕਰਾਉਣਾ ਹੈ, ਸਾਡੇ ਮੈਡਮ ਭੈਣ ਜੀ ਆਸ਼ਾ ਸ਼ਰਮਾ ਜੀ, ਮੇਰੇ ਖਿਆਲ ਹੈ ਬਾਹਰਲੇ ਦੇਸ਼ਾਂ 'ਚ ਹੁਣ ਤੱਕ, ਕੈਨੇਡਾ ਹੋਣਗੇ ਸ਼ਾਇਦ। ਇੱਕ ਵਾਰ ਮੈਨੂੰ ਉਹਨਾਂ ਨੇ ਟੋਕਿਆ ਕਿਸੇ ਸਟੇਜ ਤੇ, ਲਾਭ ਹੀ ਰਿਹਾ ਤੀਵੀਆਂ ਤੇ ਤਵੇ ਲਾਉਂਦਾ ਰਹਿਣਾ ਹੈ, ਕੁਛ ਬੰਦਿਆਂ ਤੇ ਵੀ ਗੱਲ ਕਰ ਲਿਆ ਕਰ। ਮੈਂ ਭੈਣ ਜੀ ਪਹਿਲੀ ਗੱਲ ਤਾਂ ਮੈਂ ਦਰਦ, ਔਰਤ ਦੇ ਦਰਦ ਤੋਂ ਸ਼ੁਰੂ ਕੀਤਾ ਨਾ ਗਾਉਣਾ। ਉਹ ਕੀ ਸੀ ਗਾਣਾ? ਖੜੀ ਸਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ, ਇੱਥੋਂ ਮੈਂ ਸ਼ੁਰੂ ਹੋਇਆ। ਉਸ ਤੋਂ ਬਾਅਦ ਮੈਂ ਗਾਣੇ ਲਿਖੇ, ਮੌਜਾਂ ਕਰ ਚੰਨ ਮਸਤੀਆਂ ਕਰ, ਮਹਿੰਗੀਆਂ ਕਰ ਚਾਹੇ ਸਸਤੀਆਂ ਕਰ, ਤੇਰਾ ਚੋਰੀ ਦਾ ਗੁੜ ਖਾਣਾ ਵੈਸੇ ਸਹਿ ਨਹੀਂ ਸਕਦੀ ਵੇ, ਮੈਂ ਦੁਖੀ ਬਹੁਤ ਹਾਂ ਸੱਜਣਾ ਪਰ ਕੁਝ ਕਹਿ ਨਹੀਂ ਸਕਦੀ। ਇਹ ਵੀ ਗਾਣੇ ਲਾਭ ਹੀਰੇ ਦੇ ਹੈ। ਕੀ ਹੋ ਗਿਆ ਕੋਈ ਸਮਝ ਨਹੀਂ ਆਉਂਦੀ,
ਚੱਤੋ ਪੈਰ ਰਾਹਾਂ ਪਛਤਾਉਂਦੀ, ਮੋਹ ਤੋੜ ਹੁੰਦਾ ਜਾਣਾ ਸੋਹਣਿਆ, ਰਿਹਾ ਦਿਨੋ ਦਿਨ ਪਰਾਂ ਨੂੰ ਸਰਕਵੇ, ਅੱਖੀਆਂ ਤਾਂ ਚੰਨਾ ਉਹੀ ਤੇਰੀਆਂ, ਪਰ ਝਾਕਣੀ 'ਚ ਪੈ ਗਿਆ ਫਰਕ ਵੀ। ਹਾਂ, ਇਹ ਸਾਰਾ ਬਹੁਤ ਕੁਛ ਲਿਖਿਆ ਮੈਂ ਜੀ। ਪਰ ਮੈਂ ਆਪਣੇ ਸਵਾਲ ਦੇ ਇਹ ਵਿੱਚ, ਹਾਲਾਂਕਿ ਰਿਕਾਰਡ ਨੇ ਭੈਣ ਜੀ ਗਾਣੇ, ਜੀ ਜੀ ਜੀ, ਰਿਕਾਰਡ ਹੋਏ ਨੇ ਮਾਰਕੀਟ 'ਚ। ਨਹੀਂ, ਮੇਰਾ ਸਵਾਲ ਦਾ ਮਤਲਬ ਇਹ ਸੀ ਕਿ ਮੈਂ ਕੱਲੀ ਤੁਹਾਡੀ ਗੱਲ ਨਹੀਂ ਕਰ ਰਹੀ, ਪਰ ਜੇ ਬਾਕੀ ਵੀ ਆਪਾਂ, ਕਿਉਂਕਿ ਆਪਾਂ ਇਸ ਸਨਅਤ ਦੇ ਵਿੱਚ ਵਿਚਰਦੇ ਹਾਂ, ਤੇ ਜੇ ਓਵਰਆਲ ਬਾਕੀ ਵੀ ਝਾਤ ਮਾਰੀਏ ਤਾਂ ਉਹਦੇ ਵਿੱਚ ਹਮੇਸ਼ਾ ਇੱਕ ਨਕਾਰਾਤਮਕ ਪੱਖ ਵਧੇਰੇ ਦਿਖਾਇਆ ਜਾਂਦਾ ਔਰਤ ਨੂੰ ਉਭਾਰਿਆ ਜਾਂਦਾ ਇਸ ਹੈ ਨਾ, ਉਹ ਵਧੇਰੇ ਦਿਖਾਇਆ ਜਾਂਦਾ ਹੈ। ਇਹ ਸਿਰਫ ਇੱਕ ਭੇਡ ਚਾਲ ਦਾ ਹਿੱਸਾ ਹੈ ਵੀ ਫਲਾਣੇ ਨੇ ਗਾਇਆ ਤਾਂ ਮੈਂ ਵੀ ਗਾ ਦਵਾਂ। ਦੇਖੋ ਜੀ ਗੱਲਾਂ ਕਿੱਥੋਂ ਚੱਲੀਆਂ। ਪਹਿਲਾਂ ਮੈਂ ਬਾਬਾ ਵਾਰਿਸ ਸ਼ਾਹ ਬਾਰੇ ਗੱਲ ਕਰਕੇ ਹਟਿਆ। ਉਹਨਾਂ ਨੇ ਕਿਤੇ ਕਿਤੇ ਹੀਰ ਨੂੰ ਐਸੇ ਤਰੀਕੇ ਨਾਲ ਪੇਸ਼ ਕਰਤਾ, ਜਦੋਂ ਰਾਂਝੇ ਦੀਆਂ ਹੂਕਾਂ ਦਿਖਾਈਆਂ ਵੀ ਉਹ 12 ਸਾਲ ਮੱਝਾਂ ਚਾਰਦਾ ਰਿਹਾ, ਉਹਦੇ ਨਾਲ ਐ ਕਰ ਗਈ ਉਹ, ਫਿਰ ਮਿਰਜ਼ਾ ਆ ਗਿਆ ਉਹਦੇ ਤੀਰ ਤੋੜਤੇ, ਇਸ ਤਰ੍ਹਾਂ। ਤੇ ਕਿੱਥੇ ਫਿਰ ਇੱਕ ਸੋਹਣੀ ਵੀ ਹੈ, ਉਹ ਮਗਰ ਰੁੜੀ ਆਉਂਦੇ, ਕਿੱਡੀ ਵੱਡੀ ਕੁਰਬਾਨੀ ਹੈ। ਸੱਸੀ ਹੈ, ਭੁੱਜ ਗਈ ਥਲਾਂ 'ਚ ਆਪਣੇ ਪ੍ਰੇਮੀ ਪਿੱਛੇ, ਕਿੱਡੀ ਵੱਡੀ ਕੁਰਬਾਨੀ ਹੈ। ਪਰ ਪਤਾ ਨਹੀਂ ਇਹ ਇੱਕ ਲੋਕ ਤੱਥਾਂ ਕਰਕੇ ਹੀ ਆਮ ਗਾਣਿਆਂ 'ਚ ਵੀ ਜੀ ਜ਼ਿਆਦਾਤਰ ਇਹਨੂੰ ਲਿਆ ਜਾਂਦਾ, ਹਾਲਾਂਕਿ ਸਾਨੂੰ ਪਤਾ ਹੈ ਇਹਦੀ ਕੁੱਖੋਂ ਜਾਏ ਆ ਅਸੀਂ। ਸਾਡੀ ਮਾਂ ਹੈ, ਇਹ ਸਾਡੀ ਭੈਣ ਵੀ ਹੈ, ਇਹ ਸਾਡੀ ਭੂਆ ਵੀ ਹੈ, ਇਹ ਸਾਡੀ ਮਾਸੀ ਵੀ ਹੈ, ਇਹ ਸਾਡੀ ਚਾਚੀ ਵੀ ਹੈ, ਸਾਡੀ ਤਾਈ ਵੀ ਹੈ, ਸਾਡੀ ਧੀ ਵੀ ਹੈ, ਤੇ ਸਾਡੀ ਪਤਨੀ ਵੀ ਹੈ। ਸਾਰਾ ਪਤਾ ਹੁੰਦਾ, ਇਹ ਕਿਵੇਂ ਨਾ ਹੋਵੇ। ਸ਼ਰਾਬੀ ਬੰਦੇ ਜਾਂ ਮਸਟੰਡੇ ਹੈ ਆਮ ਗਲੀਆਂ ਦੇ ਵਿੱਚ ਛੇੜਖਾਨੀਆਂ ਕਰ ਜਾਂਦੇ ਨੇ ਔਰਤਾਂ ਨਾਲ। ਕਦੇ ਘਰੇ ਨਹੀਂ ਦੇਖਿਆ ਵੀ ਆਪਣੀ ਭੈਣ ਦੀ ਬਾਂਹ ਫੜੀ ਖੜਾ ਵਾ? ਹੋਇਆ ਕਦੇ? ਨਾ, ਨਹੀਂ ਹੁੰਦਾ ਨਾ। ਪਤਾ ਸਾਨੂੰ, ਲਿਖਣ ਵਾਲਿਆਂ ਨੂੰ ਵੀ ਪਤਾ, ਗਾਉਣ ਵਾਲਿਆਂ ਨੂੰ ਵੀ ਪਤਾ, ਪਰ ਇੱਕ ਦੁਨੀਆ ਦਾ ਟੇਸਟ ਪਤਾ ਨਹੀਂ ਕਿਉਂ ਬਣਿਆ ਹੈ, ਕਿਉਂ ਸਵਾਦ ਬਣ ਗਿਆ ਲੋਕਾਂ ਦਾ ਵੀ ਹਾਂ ਇਹਦੇ ਕਰਕੇ ਗਾਣੇ ਚਲਾਏ ਜਾਣ ਤਾਂ ਲੋਕ ਸੁਣਦੇ ਆ। ਕੋਈ ਜ਼ਰੂਰੀ ਨਹੀਂ ਹੈ ਇਹੀ ਗਾਣੇ ਅਸੀਂ ਕਨਵਰਟ ਕਰਕੇ ਗਾਉਣ ਲੱਗ ਜਾਈਏ। ਮੈਂ ਤੁਹਾਨੂੰ ਦੱਸਦਾ, ਮੇਰਾ ਕੋਈ ਗਾਣਾ ਨਾ ਕੱਟ ਲੇ। ਹਰ ਇੱਕ ਬੰਦਾ ਕਹਿੰਦਾ ਘਰ ਦੀ ਮੁਰਗੀ ਦਾਲ ਬਰੋਬਰ ਜੀ। ਮੈਂ ਗਾਣਾ ਪਿੱਛੇ ਜੇ ਲਿਖਤਾ, ਨਾਲੇ ਮੈਂ ਮਰਦਾਂ ਨੂੰ ਠੋਕਿਆ ਇਸ ਗੱਲ 'ਚ, ਬੁਰਾ ਮੰਨਣ ਚਾਹੇ ਨਾ ਮੰਨਣ ਉਹਨਾਂ ਦੀ ਮਰਜ਼ੀ ਹੈ, ਚਾਹੇ ਇਹਨੂੰ ਪ੍ਰਵਾਨ ਕਰਨ ਨਾ ਕਰਨ ਇਹਦੀ ਮਰਜ਼ੀ ਹੈ। ਘਰ ਦੀ ਮੁਰਗੀ ਦਾਲ ਬਰੋਬਰ ਕਹਿ ਦਿੰਦੇ ਕੁਛ ਮਚਲੇ ਚੋਬਰ। ਘਰ ਦੀ ਮੁਰਗੀ ਦਾਲ ਬਰੋਬਰ ਕਹਿ ਦਿੰਦੇ ਕੁਝ ਮਚਲੇ ਚੋਬਰ। ਪੁੱਠਾ ਲੱਗੇ ਭਾਵੇਂ ਸਿੱਧਾ, ਪਰ ਇੱਕ ਖਿਆਲ ਚਿੱਤ ਨੂੰ ਛੋ ਗਿਆ, ਓਏ ਕੀ ਬਣੂ ਜੇ ਘਰ ਦਾ ਮੁਰਗਾ ਦਾਲ ਬਰੋਬਰ ਹੋ ਗਿਆ? ਫੇਰ ਕਿੱਧਰ ਨੂੰ ਜਾਓਗੇ? ਹੁਣ ਤਾਂ ਖੁਸ਼ ਹੋ ਭੈਣ ਜੀ। ਮੇਰਾ ਕੋਈ ਨਵਾਂ ਆਉਣ ਵਾਲਾ ਗਾਣਾ ਹੈ, ਕੋਈ ਕੱਟ ਨਾ ਲਵੇ, ਪਰ ਆਪਣੇ ਦਰਬਾਰ ਚੋਂ ਤਾਂ ਕਿਹਨੇ ਕੱਟਣਾ ਹੈ। ਪਰ ਮੈਂ ਇਹ ਗਾਣਾ ਦੇ ਰਿਹਾ ਮਾਰਕੀਟ 'ਚ। ਕੀ ਬਣੂ ਜੇ ਘਰ ਦਾ ਮੁਰਗਾ ਦਾਲ ਬਰੋਬਰ ਹੋ ਗਿਆ? ਤੁਸੀਂ ਮੂੰਹ ਚੱਕ ਕੇ ਕਹਿ ਦਿੰਦੇ ਹੋ ਘਰ ਦੀ ਮੁਰਗੀ ਦਾਲ ਬਰੋਬਰ। ਸਹੀ। ਲਿਖਣ ਵਾਲਾ ਕੀ ਨਹੀਂ ਲਿਖ ਸਕਦਾ ਜੀ, ਅਗਰ ਉਹ ਚਾਹੇ ਤਾਂ। ਐਸੇ ਸੱਚੇ ਸੁੱਚੇ ਮੋਤੀਆਂ ਵਰਗੇ ਗਾਣੇ ਪਏ ਆ, ਬਿਲਕੁਲ ਅਸੀਂ ਗਾ ਸਕਦੇ ਹਾਂ। ਬਹੁਤ ਖੂਬ। ਬਹੁਤ ਕਲਾਕਾਰ ਕਹਿ ਦਿੰਦੇ ਆ ਮੈਂ ਮਾਫੀ ਚਾਹੁੰਦਾ, ਮੇਰਾ ਆਪਣਾ ਇਹ ਪੰਥ ਹੈ ਦਲ ਹੈ ਕਲਾਕਾਰਾਂ ਦਾ, ਵੀ ਸਾਡੇ ਤੋਂ ਕੰਪਨੀਆਂ ਗਵਾ ਲੈਂਦੀਆਂ। ਮੇਰੇ ਤੋਂ ਧੱਕੇ ਨਾਲ ਦੁਗਾਣੇ ਗਵਾ ਲਏ ਕਿਸੇ ਕੰਪਨੀ ਨੇ, ਮੇਰਾ ਮਨ ਨਹੀਂ ਸੀ ਕਰਦਾ। ਐਸੀ ਫਲॉप ਹੋਈ ਉਹ ਟੇਪ ਮੇਰੀ, ਮੈਂ ਮੁੜ ਕੇ ਕੰਨਾਂ ਨੂੰ ਹੱਥ ਲਾ ਲਏ ਵੀ ਹੋ ਸਕਦਾ ਜੇ ਕਿਤੇ ਦੁਗਾਣਾ ਗਾਇਆ ਤਾਂ ਕੋਈ ਚੱਜ ਦਾ ਲੈ ਕੇ ਆਉਂਗਾ, ਅਦਰਵਾਈਜ਼ ਮੈਂ ਨਹੀਂ ਗਾਉਂਦਾ। ਅਗਰ ਐ ਕੰਪਨੀਆਂ ਧੱਕੇ ਨਾਲ ਕਿਵੇਂ ਗਵਾ ਲੈਣਗੇ ਮੇਰੇ ਤੋਂ? ਨਹੀਂ ਗਾਉਂਦਾ ਮੈਂ। ਬਿਲਕੁਲ ਠੀਕ, ਮੇਰੀ ਮਰਜ਼ੀ, ਇਰਾਦੇ ਤਾਂ ਪੱਕੇ ਹੋਣੇ ਚਾਹੀਦੇ। ਬਿਲਕੁਲ। ਭਾਈ ਜੀ ਗਾਣਾ ਵੀ ਮੈਂ ਮਾਫ ਕਰਨਾ ਤੁਹਾਡੀ ਗੱਲ ਵਿੱਚ ਉਹੀ ਚੂਜ਼ ਕਰਨਾ ਮੈਂ ਗਾਣਾ ਜਿਹਦੇ ਵਿੱਚੋਂ, ਚਾਹੇ ਗਿੱਧੇ ਦਾ ਚਾਹੇ ਭੰਗੜੇ ਦਾ। ਮੈਂ ਅਕਸਰ ਮੇਰੇ ਇੱਕ ਦਿਮਾਗ 'ਚ ਆਉਣ ਲੱਗ ਗਈ, ਐਵੇਂ ਤਾਂ ਕਹਿੰਦੇ ਮੈਂ ਸ਼ਰਾਬ ਛੱਡੀ ਤੋਂ ਬਾਅਦ ਦੀਆਂ ਗੱਲਾਂ ਕਰਦਾ ਵੀ ਯਾਰ ਗਾਣਾ ਚਾਹੇ ਕੋਈ ਨੱਚਣ ਵਾਲਾ ਹੈ, ਉਹਦੇ ਵਿੱਚ ਵੀ ਤੁਹਾਡੀ ਇੱਕ ਦੋ ਲੈਣਾ ਐਸੀਆਂ ਹੋਣੀਆਂ ਚਾਹੀਦੀਆਂ ਜੋ ਸਮਾਜ ਦੇ ਕੰਮ ਦੀਆਂ। ਬਿਲਕੁਲ ਸਹੀ। ਕਿਸੇ ਦੇ ਵੀ ਕੰਮ ਆ ਜਾਣ, ਜ਼ਿੰਦਗੀ ਸੁਧਰ ਜਾਂਦੀ ਹੈ, ਉਹਦੀ ਜ਼ਿੰਦਗੀ ਐ ਸੁਧਰ ਜਾਂਦੀ ਹੈ। ਮੇਰੀ ਸ਼ਰਾਬ ਛੱਡੀ ਦੇ ਹੁਣ ਮੈਨੂੰ ਐਸੀਆਂ ਮੈਨੂੰ ਵਧਾਈਆਂ ਮਿਲਦੀਆਂ। ਅਮਰੀਕਾ ਤੋਂ ਮੇਰਾ ਦੋਸਤ, ਉਹ ਵੀ ਸੁਣਦਾ ਹੋਣਾ, ਮੈਨੂੰ ਨਾਮ ਭੁੱਲ ਗਿਆ ਸੱਜਣ ਦਾ। ਮੈਨੂੰ ਸੁਬਾਹ ਇੱਕ ਦਿਨ 8 ਵਜੇ ਕਾਲ ਆਈ, ਪਿੱਛੇ ਜੇ ਲੋਕਡਾਊਨ ਦੇ ਵਿੱਚ, ਮੇਰੇ ਖਿਆਲ ਉਦੋਂ ਪਹਿਲਾਂ ਦੀ। ਕਹਿੰਦਾ ਬਾਈ ਜੀ ਸਮਾਂ ਹੈ ਥੋੜਾ ਜਿਹਾ, ਐਂ ਬੋਲਿਆ ਬੰਦਾ, ਬਾਈ ਜੀ ਸਤਿ ਸ੍ਰੀ ਅਕਾਲ, ਸਮਾਂ ਹੈ ਥੋੜਾ ਜਿਹਾ, ਲਾਭ ਹੀਰਾ ਜੀ ਬੋਲਦੇ? ਮੈਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ, ਮੈਂ ਲਾਭ ਹੀਰਾ ਬੋਲਦਾ। ਤੇ ਕਹਿੰਦਾ ਜੀ ਮੈਂ ਐਂ ਕਰਕੇ ਮੈਂ ਅਮਰੀਕਾ ਤੋਂ ਬੋਲਦਾ। ਮੈਂ ਹਾਂਜੀ ਹੁਕਮ ਕਰੋ ਬਾਈ ਜੀ। ਕਹਿੰਦਾ ਬਾਈ ਜੀ ਵਧਾਈ ਦੇਣੀ ਸੀ, ਬਸ ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਂਦਾ। ਮੈਂ ਸੱਜਣਾ ਫਿਰ ਵਧਾਈ ਦਿੰਦਾ ਤਾਂ ਫਿਰ ਚੱਜ ਨਾਲ ਗੱਲ ਦੱਸ, ਕਾਹਦੀ ਵਧਾਈ ਦੇ ਰਹੇ ਹੋ? ਕਹਿੰਦਾ ਵਧਾਈ ਮੈਂ ਇਹ ਦੇ ਰਿਹਾ, ਮੈਂ ਤੁਹਾਡੀ ਇੰਟਰਵਿਊ ਸੁਣੀ ਵੀ ਤੁਸੀਂ ਸ਼ਰਾਬ ਛੱਡਤੀ,
ਕਹਿੰਦਾ ਬਾਈ ਜੀ ਮੈਂ ਵੀ ਛੱਡਤੀ ਤੁਹਾਨੂੰ ਦੇਖ ਕੇ। ਵਾਹ ਵਾਹ ਵਾਹ। ਹੁਣ ਕਹਿੰਦਾ ਮੈਂ ਇੰਨਾ ਖੁਸ਼ ਹਾਂ ਮੇਰੇ ਪਰਿਵਾਰ 'ਚ, ਮੇਰੀ ਪਤਨੀ, ਮੇਰੇ ਬੱਚਿਆਂ 'ਚ ਮੈਂ ਬਹੁਤ ਖੁਸ਼ ਹਾਂ। ਰੱਜ ਕੇ ਅਸੀਂ ਗੱਲਾਂ ਬਾਤਾਂ ਮਾਰਦੇ ਹਾਂ ਜਦੋਂ ਮੈਂ ਕਿਤੇ ਬਾਹਰੋਂ ਕੰਮ ਤੋਂ ਆਉਣਾ, ਸ਼ਾਮੀ ਬਹਿਨੇ ਆ ਅਸੀਂ ਤੇ ਬਹੁਤ ਖੁਸ਼ ਹੈ ਸਾਡੀ ਸਾਰੀ ਫੈਮਿਲੀ। ਕੀ ਬਾਤ। ਕਿਹਦਾ ਕਰਕੇ ਹੋਇਆ? ਕਹਿੰਦਾ ਤੁਹਾਨੂੰ ਤੁਹਾਡੀ ਗੱਲ ਸੁਣ ਕੇ। ਵਾਹ ਜੀ ਵਾਹ। ਇਹ ਜਦੋਂ ਵਧਾਈ ਮਿਲਦੀ ਹੈ ਸਾਡਾ ਮਨ ਕਿਉਂ ਨਾ ਖੁਸ਼ ਹੋਵੇ, ਕਿਉਂ ਨਾ ਸਾਡੀ ਉਸ ਪ੍ਰਭੂ ਦੇ ਸੱਚੇ ਦਰਬਾਰ 'ਚ ਕਿਉਂ ਨਹੀਂ ਹਾਜ਼ਰੀ ਲੱਗਦੀ? ਫਿਰ ਲੱਗਦੀ ਹੈ ਨਾ। ਬਿਲਕੁਲ। ਜੇ ਅਸੀਂ ਚੰਗਾ ਕਰਦੇ ਹਾਂ, ਇਹੀ ਗੱਲ ਸਾਡੇ ਗਾਉਣ ਦੀ ਹੈ। ਚੰਗਾ ਗਾ ਕੇ ਵੀ ਸਾਨੂੰ ਅਸੀਂ ਫੁੱਲ ਪੈਸਾ ਕਮਾਉਂਦੇ ਹਾਂ, ਫਿਰ ਗੰਦ ਗਾ ਕੇ ਕੋਈ ਜ਼ਰੂਰੀ ਹੈ? ਬਿਲਕੁਲ ਸਹੀ। ਕੋਈ ਜ਼ਰੂਰੀ ਤਾਂ ਨਹੀਂ ਹੈਗਾ ਬਾਈ ਜੀ। ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਿਹੜਾ ਪਰੰਤੂ ਇਹੋ ਜਿਹੇ ਹੋਣਗੇ, ਮੇਰੇ ਤੇ ਵੀ ਕਰਨਗੇ। ਖੈਰ ਮੈਂ ਧੰਨਵਾਦੀ ਹੋਊਂਗਾ, ਕਿਉਂ ਵਿਰੋਧਤਾ ਤਾਂ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਕਹਿੰਦੇ ਵਿਕਾਸ ਨਹੀਂ ਹੁੰਦਾ, ਵਿਕਾਸ ਤਾਂ ਚਲੋ ਵਿਕਾਸ ਵੀ ਨਹੀਂ ਹੁੰਦਾ, ਇਨਸਾਨ ਨੂੰ ਸਮਝ ਵੀ ਨਹੀਂ ਆਉਂਦੀ ਜਿਹਨਾਂ 'ਚ ਕੋਈ ਠੋਕਰ ਜਾਂ ਕੋਈ ਨੋਕ ਝੋਕ ਜਾਂ ਕੋਈ ਉਹਨੂੰ ਟੋਕੀ ਨਹੀਂ ਹੁੰਦੀ। ਬਿਲਕੁਲ ਹਾਂ, ਉਹਦਾ ਵਿਕਾਸ ਨਹੀਂ ਹੁੰਦਾ ਤੇ ਉਹਨੂੰ ਅਕਲ ਵੀ ਨਹੀਂ ਆਉਂਦੀ ਜੀ। ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ, ਪਰ ਇਹਨੂੰ 2 ਕਿਸ਼ਤਾਂ ਦੇ ਵਿੱਚ ਗੱਲ ਕਰਨੀ ਹੈ ਤੇ ਆਪਾਂ ਅਗਲੀ ਕਿਸ਼ਤ ਦੇ ਵਿੱਚ ਗੱਲ ਕਰਨੀ ਆ ਵੀ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੰਨੀ ਨੇੜਤਾ ਕਿਵੇਂ ਬਣੀ ਆ। ਜੀ। ਆਰ ਨੇਤ ਤੇ ਦੀਪ ਜੰਡੂ ਤੇ ਜਿਹੜੇ ਨਵੇਂ ਪੂਰ ਦੇ ਬੜੇ ਮਕਬੂਲ ਕਲਾਕਾਰ ਆ ਜੀ, ਉਹ ਤੁਹਾਡੇ ਨਾਲ ਹੁਣ ਗਾਉਣ ਦੀ ਖਿੱਚ ਰੱਖਦੇ ਆ ਤੇ ਕਿਉਂ ਰੱਖਦੇ ਆ, ਤੇ ਬਹੁਤ ਸਾਰੇ ਹੋਰ ਵੀ ਸਵਾਲ ਆ, ਉਹ ਅਗਲੀ ਕਿਸ਼ਤ ਦੇ ਵਿੱਚ। ਤੇ ਹੁਣ ਆਪਾਂ ਲੱਗੇ ਆ ਗਿਆ ਜੀ। ਫਿਲਹਾਲ ਦੇ ਲਈ ਇਸ ਕਿਸ਼ਤ ਨੂੰ ਸਾਨੂੰ ਇੱਥੇ ਹੀ ਸਮੇਟਣਾ ਪਏਗਾ, ਪਰ ਲਗਾਤਾਰਤਾ ਬਰਕਰਾਰ ਹੈ। ਕੱਲ ਨੂੰ ਫਿਰ ਤੋਂ ਬਾਕੀ ਦੀਆਂ ਰਹਿੰਦੀਆਂ ਗੱਲਾਂ ਬਾਤਾਂ ਲੈ ਕੇ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਅੱਜ ਦੇ ਲਈ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।